म्यूट करदा है ਤਾਂ ਤੁਸੀਂ ਧਿਆਨ ਨਾਲ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਲੈਕਚਰ ਹੈ ਇਸ ਨੂੰ ਧਿਆਨ ਨਾਲ ਸੁਣੋ ਬਿਕੋਜ਼ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਮੈਂ ਅੱਜ ਦੇ ਲੈਕਚਰ ਦੇ ਵਿੱਚ ਬੇਟਾ ਜਿਹੜੇ ਆਪਣੇ ਚੈਪਟਰ 1 ਹੈ ਜਿਹੜਾ ਆਪਾਂ ਕੱਲ ਕੰਪਲੀਟ ਕਰ ਚੁੱਕੇ ਉਸ ਦੀ ਆਪਾਂ ਪੂਰੀ ਸਟੱਡੀ ਕਰ ਚੁੱਕੇ ਹਸਨਸ ਅਟੈਂਡੈਂਸ ਪ੍ਰੋਬਲਮ ਆਪਾਂ ਇਹ ਸਾਰਾ ਚੈਪਟਰ ਬੇਟਾ ਕੰਪਲੀਟ ਕਰ ਚੁੱਕੇ ਸਾਰਾ ਪੜ੍ਹ ਚੁੱਕੇ ਆਪਾਂ 2 ਸੈਸ਼ਨ ਦੇ ਵਿੱਚ ਇਹ ਪੜ੍ਹਿਆ। ਉਮੀਦ ਹੈ ਕਿ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਣਾ। ਅੱਜ ਆਪਾਂ ਇਸ ਦੇ ਜਿਹੜੇ ਸ਼ਾਰਟ ਆਂਸਰ ਟਾਈਪ ਕੁਐਸਚਨਸ ਹੈ ਨਾ ਉਹ ਕਰ ਰਹੇ ਹਾਂ। ਦੇਖੋ ਆਪਾਂ ਚੈਪਟਰ ਪੜ੍ਹ ਲਿਆ ਤੇ ਆਪਾਂ ਇਸ ਦੀ ਗਲੋਸਰੀ ਵੀ ਬਣਾ ਲਈ। ਮੈਨੂੰ ਉਮੀਦ ਹੈ ਕਿ ਕਈ ਬੱਚਿਆਂ ਨੇ ਗਲੋਸਰੀ ਬਣਾ ਕੇ ਮੈਨੂੰ ਉਹਦੀਆਂ ਪਿਕਸ ਭੇਜੀਆਂ ਨੇ, ਬਾਕੀਆਂ ਨੇ ਵੀ ਬਣਾ ਲਈ ਹੋਏਗੀ। ਤਾਂ ਇਹ ਗਲੋਸਰੀ ਵੀ ਆਪਾਂ ਬਣਾ ਚੁੱਕੇ, ਚੈਪਟਰ ਵੀ ਪੜ੍ਹ ਚੁੱਕੇ। ਅੱਜ ਆਪਾਂ ਆਪਣੇ ਮੇਨ ਟੌਪਿਕ ਤੇ ਆਨੇ ਆ ਜੋ ਹੈ ਕੰਪਰੀਹੈਂਸ਼ਨ ਦਾ ਸ਼ਾਰਟ ਆਂਸਰ ਟਾਈਪ ਕੁਐਸਚਨ। ਇਹ ਵਾਲੇ ਬੇਟਾ ਜਿਹੜੇ ਤੁਹਾਡੇ ਕੁਐਸਚਨ ਹੈ ਨਾ ਇਹ ਸ਼ਾਰਟ ਆਂਸਰ ਟਾਈਪ ਕੁਐਸਚਨ ਹੈ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਐਗਜ਼ਾਮਸ ਦੇ ਵਿੱਚ ਬੇਟਾ ਤੁਹਾਡੇ ਨਾ 3 ਤਰ੍ਹਾਂ ਦੇ ਕੁਐਸਚਨਸ ਆਉਂਦੇ ਹੈ। ਇੱਕ ਤਾਂ ਆਉਂਦੇ ਆ ਮਲਟੀਪਲ ਚੋਇਸ ਕੁਐਸਚਨ, ਜਿਵੇਂ ਕਿ ਕੋਈ ਕੁਐਸਚਨ ਦੇਤਾ ਉਹਦੇ 4 ਆਂਸਰ ਹੈ। ਜਿਵੇਂ ਸਪੋਜ਼ ਕਰੋ ਆਪਾਂ ਇਸੇ ਚੈਪਟਰ ਦੇ ਵਿੱਚੋਂ ਕੁਐਸਚਨ ਬਣਾ ਲੈਂਦੇ ਹਾਂ ਕਿ ਸੁਧਾ ਮੂਰਤੀ ਕਿਹੜਾ ਸਬਜੈਕਟ ਪੜ੍ਹਾਉਂਦੇ ਸੀਗੇ। ਨੀਚੇ ਲਿਖਿਆ ਹੋਵੇ ਹਿਸਟਰੀ, ਇੰਗਲਿਸ਼, ਕੰਪਿਊਟਰ ਸਾਇੰਸ ਜਾਂ ਪੋਲੀਟੀਕਲ ਸਾਇੰਸ, ਤਾਂ ਆਪਾਂ ਉਹਦਾ ਆਂਸਰ ਕੀ ਲਿਖਾਂਗੇ ਕੰਪਿਊਟਰ ਸਾਇੰਸ। ਤਾਂ ਉਹ ਤਾਂ ਇਦਾਂ ਦੇ ਕੁਐਸਚਨਸ ਆ ਗਏ, ਮਲਟੀਪਲ ਚੋਇਸ ਆ ਗਏ, ਟਰੂ ਫਾਲਸ ਆ ਗਏ, ਜਾਂ ਫਿਰ ਇੱਕ ਵਰਡ ਦੇ ਵਿੱਚ ਉਹਦਾ ਆਂਸਰ ਆ ਗਿਆ ਜਾਂ ਵੱਧ ਤੋਂ ਵੱਧ ਇੱਕ ਲਾਈਨ ਦੇ ਵਿੱਚ ਆਂਸਰ ਆ ਗਿਆ। ਤਾਂ ਇੱਕ ਨੰਬਰ ਦੇ ਕੁਐਸਚਨ ਹੁੰਦੇ ਆ, ਉਹ ਤਾਂ ਆਪਾਂ ਵੈਰੀ ਸ਼ਾਰਟ ਆਂਸਰ ਟਾਈਪ ਕੁਐਸਚਨ ਕਹਿੰਦੇ ਆ। ਲੇਕਿਨ ਇੱਕ ਸ਼ਾਰਟ ਆਂਸਰ ਟਾਈਪ ਕੁਐਸਚਨ ਆਉਂਦੇ ਆ ਜਿਹਦੇ ਆਂਸਰਸ ਇੱਕ ਜਾਂ ਹੱਦ 2 ਲਾਈਨਸ ਦੇ ਵਿੱਚ ਹੁੰਦੇ ਆ। ਇਹ 2 ਨੰਬਰ ਦਾ ਬੇਟਾ ਕੁਐਸਚਨ ਆਉਂਦਾ ਪੇਪਰ 'ਚ ਤੁਹਾਨੂੰ ਰੀਡਰ ਵਾਲੇ ਚੈਪਟਰਸ 'ਚੋਂ, ਮਤਲਬ ਜਿਹੜੇ ਆਪਣੇ ਇਹ ਵਾਲੇ ਐਸੇ ਵਾਲੇ ਚੈਪਟਰਸ ਹੈ ਇਹਨਾਂ 'ਚੋਂ 2-2 ਨੰਬਰ ਦੇ ਕੁਐਸਚਨਸ ਆਉਂਦੇ ਆ। ਤੇ ਇੱਕ ਲੌਂਗ ਆਂਸਰ ਟਾਈਪ ਕੁਐਸਚਨ ਹੈ ਜਿਸਨੂੰ ਆਪਾਂ ਐਸੇ ਟਾਈਪ ਕੁਐਸਚਨ ਕਹਿੰਦੇ ਆ। ਤੇ ਉਸ ਦੇ ਵਿੱਚ ਜ਼ਿਆਦਾਤਰ ਕਰੈਕਟਰ ਸਕੈਚ ਆਉਂਦੇ ਆ ਜਾਂ ਫਿਰ ਥੀਮਸ ਆਉਂਦੇ ਆ। ਤਾਂ ਉਹ ਆਪਾਂ ਬਾਅਦ 'ਚ ਕਰਾਂਗੇ। ਲੇਕਿਨ ਅੱਜ ਆਪਾਂ ਜੋ ਕਰ ਰਹੇ ਹਾਂ ਉਹ ਸ਼ਾਰਟ ਆਂਸਰ ਟਾਈਪ ਕੁਐਸਚਨਸ ਕਰ ਰਹੇ ਹਾਂ। ਤਾਂ ਤੁਹਾਡੇ ਐਕਸਰਸਾਈਜ਼ ਨੰਬਰ 1 ਕੰਪਰੀਹੈਂਸ਼ਨ ਦੇ ਵਿੱਚ 1 ਨੰਬਰ ਕੁਐਸਚਨ ਦੇ ਵਿੱਚ ਇਹ ਸਾਰੇ ਸ਼ਾਰਟ ਆਂਸਰ ਟਾਈਪ ਕੁਐਸਚਨ ਹੈ। ਇੱਥੋਂ ਸਟਾਰਟ ਹੁੰਦੇ ਆ ਜੀ ਨੀਚੇ ਤੱਕ ਜਾਂਦੇ ਆ। ਟੋਟਲ 12 ਕੁਐਸਚਨਸ ਹੈ ਇਹ। ਆ ਦੇਖੋ 10 11 12 ਕੁਐਸਚਨਸ ਹੈ। ਤਾਂ ਇਹ ਆਪਾਂ ਨੇ ਕੁਐਸਚਨਸ ਅੱਜ ਆਪਾਂ ਕਰਨੀ ਹੈ। ਤਾਂ ਬੇਟਾ ਇਹਨਾਂ ਦੇ ਆਂਸਰਸ ਨਾ ਮੈਂ ਖੁਦ ਪ੍ਰੀਪੇਅਰ ਕੀਤੇ ਹੈ, ਬੜੇ ਹੀ ਸਿੰਪਲ, ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ, ਜਿਹੜੇ ਤੁਹਾਨੂੰ ਇੱਕ ਵਾਰੀ ਪੜੋਗੇ ਮੇਰੇ ਤੋਂ ਸਮਝੋਗੇ ਯਾਦ ਹੋ ਜਾਣਗੇ। ਤਾਂ ਮੈਂ ਇੱਕ ਫਾਈਲ ਤਿਆਰ ਕੀਤੀ ਹੈ ਬੇਟਾ, ਆ ਦੇਖੋ ਸ਼ਾਇਦ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੀ ਹੈ। ਇੱਕ ਮਿੰਟ ਮੈਨੂੰ ਤੁਸੀਂ ਦੱਸ ਵੀ ਦਿਓ ਕਿਉਂਕਿ ਮੈਂ ਸਕਰੀਨ ਚੇਂਜ ਕੀਤੀ ਹੈ ਕਿ ਤੁਹਾਨੂੰ ਇਹ ਫਾਈਲ ਸ਼ੋ ਹੋ ਰਹੀ ਹੈ। ਜ਼ਰਾ ਦੱਸੋ ਮੈਨੂੰ ਆਪਣੇ ਮਾਈਕ ਔਨ ਕਰਕੇ ਕਿ ਕੁਐਸਚਨ ਆਂਸਰਸ ਵਾਲੀ। ਹਾਂਜੀ ਹਾਂ, ਇਹ ਬਲੂ ਤੇ ਗ੍ਰੀਨ ਦੇ ਵਿੱਚ ਮੈਂ ਹੈ ਨਾ, ਬਲੂ ਦੇ ਵਿੱਚ ਬੇਟਾ ਕੁਐਸਚਨਸ ਲਿਖੇ ਹੋਏ ਹੈ ਤੇ ਗ੍ਰੀਨ ਦੇ ਵਿੱਚ ਆਂਸਰਸ ਲਿਖੇ ਹੋਏ ਹੈ। ਸ਼ੋ ਹੋ ਰਹੀ ਹੈ ਨਾ? ਹਾਂਜੀ ਠੀਕ ਹੈ ਬੇਟਾ, ਓਕੇ। ਮੈਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਮਿਊਟ ਕਰਦਾ ਤੇ ਠੀਕ ਹੈ। ਬੇਟਾ ਉਹੀ ਕੁਐਸਚਨਸ ਹੈ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਸੀ। 12 ਦੇ 12 ਕੁਐਸਚਨਸ ਹੈ। ਮੈਂ ਉਹਦੇ ਆਂਸਰਸ ਬਹੁਤ ਹੀ ਸਿੰਪਲ ਈਜ਼ੀ ਸੈਂਟੈਂਸਿਸ ਬਣਾ ਕੇ ਤੁਹਾਡੇ ਲਈ ਮੈਂ ਤੁਹਾਨੂੰ ਭੇਜ ਰਹੇ ਹਾਂ, ਸਮਝਾ ਰਹੇ ਹਾਂ। ਤਾਂ ਤੁਸੀਂ ਕੀ ਕਰਨਾ ਹੁਣ ਤਾਂ ਬੇਟਾ ਦੇਖੋ ਤੁਸੀਂ ਸਮਝ ਲਓ ਕਿਉਂਕਿ ਮੈਂ ਤੁਹਾਨੂੰ ਸਮਝਾਊਂਗਾ, ਤੁਸੀਂ ਨਹੀਂ ਨਾਲ ਲਿਖ ਸਕਦੇ ਹੈ ਨਾ। ਹੁਣ ਤਾਂ ਤੁਸੀਂ ਇਹ ਵਾਲੇ ਕੁਐਸਚਨ ਆਂਸਰ ਸਾਰੇ ਸਮਝ ਲਓ। ਇਸ ਤੋਂ ਬਾਅਦ ਨਾ ਮੈਂ ਕਿਉਂਕਿ ਇਸ ਲੈਕਚਰ ਦੀ ਰਿਕਾਰਡਿੰਗ ਵੀ ਕਰ ਰਹੇ ਹਾਂ, ਤਾਂ ਮੈਂ ਲੈਕਚਰ ਤੋਂ ਬਾਅਦ ਮੈਂ ਇਹਦਾ ਨਾ ਤੁਹਾਨੂੰ ਲਿੰਕ, ਜਿਹੜੀ ਰਿਕਾਰਡਿੰਗ ਦਾ ਲਿੰਕ ਤੁਹਾਨੂੰ ਭੇਜ ਦੂੰਗਾ। ਤਾਂ ਤੁਸੀਂ ਉਸ ਲਿੰਕ ਤੇ ਜਾ ਕੇ ਇਹ ਦੁਬਾਰਾ ਰਿਕਾਰਡਿੰਗ ਦੇਖਿਓ, ਵੀਡੀਓ ਦੇਖਿਓ, ਫਿਰ ਆਪਣੇ ਹੱਥ 'ਚ ਕਾਪੀ ਤੇ ਪੈਨਸਲ ਰੱਖਿਓ, ਪੱਕੀ ਕਾਪੀ ਤੇ ਪੈਨ ਵਗੈਰਾ ਰੱਖਿਓ ਤੇ ਤੁਸੀਂ ਰੋਕ ਕੇ ਫਿਰ ਪਲੇ ਕਰਕੇ ਪੌਜ਼ ਐਂਡ ਪਲੇ ਦੇ ਨਾਲ ਇਹ ਤੁਸੀਂ ਸਾਰੇ ਕੁਐਸਚਨ ਆਂਸਰਸ ਉਤਾਰਨੇ ਹੈ। ਉਹਦੇ ਤੁਹਾਨੂੰ 2 ਫਾਇਦਾ ਹੋਏਗਾ, 2 ਫਾਇਦੇ ਹੋਣਗੇ। ਇੱਕ ਤਾਂ ਫਾਇਦਾ ਇਹ ਹੋਏਗਾ ਬੇਟਾ ਕਿ ਤੁਸੀਂ ਈਜ਼ੀਲੀ ਲਿਖ ਪਾਓਗੇ ਸਮਝ ਕੇ, ਕਿਉਂਕਿ ਤੁਸੀਂ ਪਹਿਲਾਂ ਮੇਰੇ ਲੈਕਚਰ ਸੁਣ ਚੁੱਕੇ ਹੋ, ਦੁਬਾਰਾ ਤੁਸੀਂ ਨਾਲੇ ਸੁਣ ਵੀ ਰਹੇ ਹੋ ਤੇ ਨਾਲ ਦੇਖ ਦੇਖ ਕੇ ਲਿਖ ਵੀ ਰਹੇ ਹੋ। ਤਾਂ 2 ਫਾਇਦੇ ਹੋ ਜਾਂਦੇ ਆ। ਤਾਂ ਮੈਂ ਤੁਹਾਨੂੰ ਇਹਦਾ ਜਿਹੜਾ ਲਿੰਕ ਹੈ ਥੋੜੀ ਦੇਰ ਤੱਕ ਭੇਜ ਦੂੰਗਾ, ਅੱਧੇ ਪੌਣੇ ਘੰਟੇ ਬਾਅਦ। ਤੇ ਹੁਣ ਆਪਾਂ ਜੀ ਸਟਾਰਟ ਕਰਦੇ ਹਾਂ ਆਪਣਾ ਅੱਜ ਦੇ ਕੁਐਸਚਨ ਆਂਸਰਸ। ਤਾਂ ਪਹਿਲਾ ਕੁਐਸਚਨ ਦੇਖੋ ਕਿ ਵਟ ਇਜ਼ ਦਾ ਨਰੇਟਰਸ ਪ੍ਰੋਫੈਸ਼ਨ। ਨਰੇਟਰ ਦਾ ਮਤਲਬ ਕੀ ਹੁੰਦਾ ਬੇਟਾ? ਲੇਖਕ, ਲਿਖਣ ਵਾਲਾ, ਦੱਸਣ ਵਾਲਾ, ਆਥਰ ਵੀ ਕਹਿ ਦਿੰਦੇ ਆ। ਵੈਸੇ ਨਰੇਟ ਦਾ ਮਤਲਬ ਹੁੰਦਾ ਜੋ ਕੋਈ ਚੀਜ਼, ਇਨਸੀਡੈਂਟ, ਜੋ ਘਟਨਾ ਨੂੰ ਦੱਸਦਾ ਹੈ, ਨਰੇਟ ਕਰਦਾ ਹੈ, ਦੱਸਣ ਵਾਲਾ। ਤਾਂ ਲੇਖਕ ਤੋਂ ਜ਼ਿਆਦਾ ਅੱਛਾ ਕਿ ਐਸੇ ਦੱਸਣ ਵਾਲਾ ਕੌਣ ਹੈ? ਨਰੇਟਰ ਦਾ ਮਤਲਬ ਆਮ ਭਾਸ਼ਾ 'ਚ ਆਪਾਂ ਲੇਖਕ ਲੈ ਲੈਂਦੇ ਹਾਂ। ਕਿ ਨਰੇਟਰ ਦਾ ਪ੍ਰੋਫੈਸ਼ਨ ਕੀ ਹੈ? ਪ੍ਰੋਫੈਸ਼ਨ ਦਾ ਮਤਲਬ ਬੇਟਾ ਹੁੰਦਾ ਕਿੱਤਾ, ਕਿ ਉਹਦਾ ਕੰਮ ਕੀ ਕਰਦਾ ਹੈ। ਦੇਖੋ ਕਿਸੇ ਦਾ ਪ੍ਰੋਫੈਸ਼ਨ
ਫਾਰਮਿੰਗ ਹੁੰਦਾ ਹੈ, ਉਹ ਖੇਤੀਬਾੜੀ ਦਾ ਕੰਮ ਕਰਦਾ ਹੈ, ਕੋਈ ਸ਼ਾਪਕੀਪਰ ਹੁੰਦਾ ਹੈ, ਕੋਈ ਟੀਚਰ ਹੁੰਦਾ ਹੈ, ਕੋਈ ਐਡਵੋਕੇਟ ਹੁੰਦਾ ਹੈ ਨਾ। ਤਾਂ ਹੁਣ ਸਾਨੂੰ ਇਹ ਪੁੱਛਿਆ ਕਿ ਨਰੇਟਰ ਦਾ ਪ੍ਰੋਫੈਸ਼ਨ ਕੀ ਹੈ ਨਾ। ਨਰੇਟਰ ਦੇ ਪਿੱਛੇ ਬੇਟਾ ਐਸ ਪਾਇਆ, ਇਹਨੂੰ ਆਪਾਂ ਕਹਿੰਦੇ ਆ, ਆ ਜਿਹੜੀ ਚੀਜ਼ ਹੈ ਇਹਨੂੰ ਆਪਾਂ ਐਪਸਟ੍ਰਫੀ ਕਹਿੰਦੇ ਆ, ਐਪਸਟ੍ਰਫੀ, ਉੱਥੇ ਪਿੱਛੇ ਐਸ ਪਾਇਆ। ਐਸ ਦਾ ਮਤਲਬ ਕੀ ਹੁੰਦਾ ਹੈ? ਦਾ ਜਾਂ ਦੇ ਜਾਂ ਦੀ। ਤਾਂ ਇੱਥੇ ਹੁਣ ਲੇਖਕ ਦੇ, ਕਿਉਂਕਿ ਲੇਖਕ ਲੜਕੀ ਹੈ ਤਾਂ ਆਪਾਂ ਦੀ ਯੂਜ਼ ਕਰਾਂਗੇ ਕਿ ਲੇਖਕ ਦਾ ਯੂਜ਼ ਕਰਾਂਗੇ ਕਿ ਲੇਖਕ ਦਾ ਕਿੱਤਾ ਕੀ ਸੀ। ਇਹ ਪ੍ਰੋਫੈਸ਼ਨ ਦੇ ਹਿਸਾਬ ਨਾਲ ਦਾ ਦੇ ਦੀ ਆਏਗਾ। ਤੇ ਇਹਦਾ ਮਤਲਬ ਹੁੰਦਾ ਐਸ ਦਾ ਮਤਲਬ ਕੀ ਹੁੰਦਾ ਹੈ? ਦਾ ਹੁੰਦਾ ਜਾਂ ਦੇ ਜਾਂ ਦੀ। ਤਾਂ ਇਹ ਸਮਝਣ ਦੀ ਲੋੜ ਹੈ ਕਿ ਨਰੇਟਰ ਦਾ ਕਿੱਤਾ ਕੀ ਹੈ। ਤਾਂ ਆਨਸਰ ਹੈ ਜੀ ਬੜਾ ਸਿੰਪਲ ਜਿਹਾ ਕਿ ਸ਼ੀ ਇਜ਼ ਅ ਟੀਚਰ ਇਨ ਕੰਪਿਊਟਰ ਸਾਇੰਸ। ਹੁਣ ਕੰਪਿਊਟਰ ਸਾਇੰਸ ਇੱਕ ਸਬਜੈਕਟ ਹੈ, ਤੁਸੀਂ ਵੀ ਪੜ੍ਹਦੇ ਹੋ +2 ਕਲਾਸ ਦੇ ਵਿੱਚ, +1 ਚ ਵੀ ਤੁਸੀਂ ਪੜ੍ਹਿਆ ਕੰਪਿਊਟਰ ਸਾਇੰਸ। ਕਿਉਂਕਿ ਇੱਕ ਸਬਜੈਕਟ ਦਾ ਨਾਮ ਹੈ ਤਾਂ ਆਪਾਂ ਸੀ ਵੱਡੀ ਪਾਣੀ ਹੈ ਤੇ ਐਸ ਵੱਡਾ ਪਾਣਾ, ਠੀਕ ਹੈ। ਕਿਸੇ ਵੀ ਨਾਮ ਲਈ ਆਪਾਂ ਪਹਿਲਾ ਅੱਖਰ ਵੱਡਾ ਪਾਣੇ ਆ। ਟੀਚਰ ਹੈ ਜੀ, ਉਹ ਕੰਪਿਊਟਰ ਸਾਇੰਸ ਦੇ ਵਿੱਚ ਟੀਚਰ ਹੈ। ਨਰੇਟਰ ਲੜਕੀ ਹੈ, ਸੁਧਾ ਮੂਰਤੀ, ਇਸ ਲਈ ਆਪਾਂ ਸ਼ੀ ਯੂਜ਼ ਕਰਿਆ। ਤਾਂ ਬੜਾ ਆਸਾਨ ਹੈ ਜੀ ਆਨਸਰ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਪੇਪਰ ਚ ਆਉਣ ਵਾਲਾ, ਤਾਂ ਇਹ ਤੁਸੀਂ ਲਿਖ ਲੈਣਾ। ਸੈਕੰਡ ਕੁਐਸਚਨ ਹੈ ਜੀ ਕਿ why was Hassan not noticed by the teacher in the class। ਤਾਂ ਚੈਪਟਰ ਦੇ ਸ਼ੁਰੂ ਚ ਹੀ ਸਾਨੂੰ ਪਤਾ ਲੱਗਦਾ ਬੇਟਾ ਕਿ ਜਿਹੜੀ ਇਹ ਸਾਡੀ ਜਿਹੜੀ ਲੇਖਕ ਹੈ ਸੁਧਾ ਮੂਰਤੀ ਹੈ, ਉਸਦੀ ਪਹਿਲੀਓ ਕਲਾਸ ਹੈ, ਇਹ ਫਸਟ ਬੈਚ ਹੈ ਉਸਦਾ ਕਾਲਜ ਦੇ ਵਿੱਚ। ਕਾਫੀ ਸਾਰੇ ਸਟੂਡੈਂਟਸ ਉਹਦੇ ਕੋਲ ਪੜ੍ਹਨ ਆਉਂਦੇ ਨੇ, ਲੇਕਿਨ ਜਿਹੜਾ ਹਸਨ ਹੈ ਉਸਦਾ ਲੇਖਕ ਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਕਲਾਸ 'ਚ ਹੈ। ਕਈ ਵਾਰੀ ਹੋ ਜਾਂਦਾ ਕਿਸੇ ਸਟੂਡੈਂਟ ਦਾ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਕਲਾਸ 'ਚ ਕੋਈ ਹੈ। ਮੇਰੇ ਨਾਲ ਬੜਾ ਹੁੰਦਾ ਹੈ, ਮੈਨੂੰ ਤਾਂ ਆਪਣੇ ਸਟੂਡੈਂਟਸ ਦੇ ਨਾਮ ਯਾਦ ਰੱਖਣੇ ਬੜੇ ਔਖੇ ਲੱਗਦੇ, ਹਾਲਾਂਕਿ ਮੈਨੂੰ ਫੇਸ ਤਾਂ ਯਾਦ ਰਹਿੰਦੇ ਨੇ ਪਰ ਨਾਮ ਤਾਂ ਬਿਲਕੁਲ ਹੀ ਨਹੀਂ ਯਾਦ ਰਹਿੰਦੇ। ਮੇਰੀ ਥੋੜੀ ਜੀ ਨਾਮ ਰੱਖਣ ਦੀ ਦਿੱਕਤ ਹੈਗੀ ਹੈ, ਯਾਦ ਰੱਖਣ ਦੀ ਤਾਂ ਪ੍ਰੋਬਲਮ ਹੈਗੀ ਹੈ। ਲੇਕਿਨ ਹਸਨ ਨੂੰ ਨੋਟਿਸ ਨਹੀਂ ਕੀਤਾ। ਵਾਈ ਦਾ ਮਤਲਬ ਕਿਉਂ। ਜਿਹੜਾ ਵੀ ਕੁਐਸਚਨ ਦਾ ਪਹਿਲਾ ਵਰਡ ਹੁੰਦਾ ਉੱਥੋਂ ਸਾਡਾ ਅੱਧਾ ਕੁਐਸਚਨ ਕਲੀਅਰ ਹੋ ਜਾਂਦਾ ਹੈ। ਵਾਈ ਦਾ ਮਤਲਬ ਹੁੰਦਾ ਜੀ ਕਿਉਂ, ਕਿ ਕਿਉਂ ਹਸਨ ਨੂੰ ਨੋਟਿਸ ਨਹੀਂ ਕੀਤਾ। ਨੋਟਿਸ ਦਾ ਮਤਲਬ ਧਿਆਨ ਨਹੀਂ ਗਿਆ ਨੋਟਿਸ ਵੱਲ, ਹਸਨ ਵੱਲ, ਵੀ ਮੇਰੀ ਕਲਾਸ 'ਚ ਕੋਈ ਹਸਨ ਨਾਂ ਦਾ ਲੜਕਾ ਵੀ ਹੈ, ਕਿਹਦੇ ਦੁਆਰਾ, ਟੀਚਰ ਦੁਆਰਾ, ਇਨ ਦਾ ਕਲਾਸ। ਤਾਂ ਕਲਾਸ ਦੇ ਵਿੱਚ ਜਿਹੜੀ ਟੀਚਰ ਹੈ ਉਸਨੇ ਹਸਨ ਨੂੰ ਨੋਟਿਸ ਕਿਉਂ ਨਹੀਂ ਕੀਤਾ। ਉਹਦਾ ਕਾਰਨ ਆਪਾਂ ਬੇਟਾ ਦੇਖਿਆ ਕਿ ਹਸਨ ਕਲਾਸ 'ਚ ਆਉਂਦਾ ਹੀ ਨਹੀਂ ਸੀ। ਜਦੋਂ ਹੁਣ ਕਲਾਸ ਦੇ ਵਿੱਚ ਹੀ ਸਟੂਡੈਂਟ ਨਾ ਆਵੇ ਤਾਂ ਫਿਰ ਟੀਚਰ ਨੂੰ ਕਿਵੇਂ ਪਤਾ ਲੱਗੂਗਾ ਮੇਰੀ ਕਲਾਸ 'ਚ ਹੀ ਹੈ ਇਹ। ਤਾਂ ਆਨਸਰ ਇਹਦਾ ਆਪਾਂ ਬੜਾ ਸਿੰਪਲ ਲਿਖਿਆ ਕਿ ਹਸਨ ਵਾਜ਼ ਹਾਰਡਲੀ ਐਵਰ ਪ੍ਰੈਜ਼ੈਂਟ ਇਨ ਦਾ ਕਲਾਸ। ਕਿ ਹਸਨ ਜਿਹੜਾ ਹੈ ਉਹ ਹਾਰਡਲੀ ਹਮੇਸ਼ਾ ਜਿਹੜਾ ਵਰਡ ਹੁੰਦਾ ਨਾ ਬੇਟਾ ਇਹ ਨੈਗੇਟਿਵ ਸੈਂਸ 'ਚ ਆਉਂਦਾ। ਇਹਦਾ ਮਤਲਬ ਤੁਸੀਂ ਨੋਟ ਵੀ ਲੈ ਸਕਦੇ ਹੋ ਕਿ ਹਸਨ ਕਦੇ ਹੀ ਕਦੇ, ਹਾਰਡਲੀ ਦਾ ਮਤਲਬ ਕਦੇ ਹੀ ਕਦੇ ਪ੍ਰੈਜ਼ੈਂਟ ਹੁੰਦਾ ਸੀਗਾ, ਹਾਜ਼ਰ ਹੁੰਦਾ ਸੀ ਇਨ ਦਾ ਕਲਾਸ। ਹਾਰਡਲੀ ਐਵਰ ਇਕੱਠਾ ਹੀ ਆਉਂਦਾ ਹੁੰਦਾ ਕਈ ਵਾਰੀ। ਹਾਰਡਲੀ ਐਵਰ ਦਾ ਮਤਲਬ ਕਦੇ ਹੀ ਕਦੇ, ਕਿ ਹਸਨ ਕਦੇ ਹੀ ਕਦੇ ਪ੍ਰੈਜ਼ੈਂਟ ਹੁੰਦਾ ਸੀਗਾ, ਹਾਜ਼ਰ ਹੁੰਦਾ ਸੀ ਇਨ ਦਾ ਕਲਾਸ। ਥਰਡ ਕੁਐਸਚਨ ਜੀ ਕਿ ਵਾਈ ਵੁੱਡ ਦਾ ਨਰੇਟਰ ਰੈਂਡਰ ਅਟੈਂਡੈਂਸ ਟੂ ਹਸਨ ਐਵਰੀ ਟਾਈਮ। ਹੁਣ ਸਾਨੂੰ ਪਤਾ ਬੱਚੋ ਕਿ ਹਸਨ ਕਲਾਸ 'ਚ ਤਾਂ ਆਉਂਦਾ ਨਹੀਂ ਸੀ, ਲੇਕਿਨ ਪੇਪਰ ਤਾਂ ਹੋਣੇ ਆ ਹਰ 6 ਮਹੀਨੇ ਬਾਅਦ, ਹਰ ਸਮੈਸਟਰ ਬਾਅਦ ਪੇਪਰ ਹੋਣੇ ਆ, ਤੇ ਪੇਪਰ ਦੇ ਲਈ ਰੋਲ ਨੰਬਰ ਵੀ ਚਾਹੀਦਾ। ਬਿਨਾਂ ਰੋਲ ਨੰਬਰ, ਤੁਹਾਡੇ ਵੀ ਤਾਂ ਦੇਖੋ ਜਦੋਂ ਬੋਰਡ ਦੇ ਪੇਪਰ ਹੁੰਦੇ ਆ ਤਾਂ ਤੁਹਾਨੂੰ ਰੋਲ ਨੰਬਰ ਆਉਂਦਾ, ਤਾਂ ਜੇਕਰ ਤੁਹਾਡੇ ਕੋਲ ਰੋਲ ਨੰਬਰ ਹੀ ਨਹੀਂ ਹੋਊਗਾ ਤਾਂ ਤੁਸੀਂ ਪੇਪਰ 'ਚ ਐਗਜ਼ਾਮੀਨੇਸ਼ਨ ਹਾਲ 'ਚ ਕਿਵੇਂ ਬੈਠੋਗੇ। ਤਾਂ ਸੇਮ ਹਸਨ ਨਾਲ ਪ੍ਰੋਬਲਮ ਹੋਣੀ ਸੀਗੀ। ਹਸਨ ਨੂੰ ਪਤਾ ਹੈ ਵੀ ਮੈਂ ਕਲਾਸ ਤਾਂ ਕਦੇ ਗਿਆ ਨਹੀਂ, ਅਟੈਂਡੈਂਸ ਤਾਂ ਮੇਰੀਆਂ ਸ਼ਾਰਟ ਨੇ, ਹਾਜ਼ਰੀਆਂ ਮੇਰੀਆਂ ਸ਼ਾਰਟ ਨੇ, ਤਾਂ ਮੈਨੂੰ ਰੋਲ ਨੰਬਰ ਕਿਵੇਂ ਮਿਲੂਗਾ। ਤਾਂ ਫਿਰ ਉਹ ਨਰੇਟਰ ਕੋਲ ਜਾਂਦਾ, ਲੇਖਕ ਕੋਲ ਜਾਂਦਾ, ਲੇਖਕ ਨੂੰ ਕਹਿੰਦਾ ਆਪਣੀ ਟੀਚਰ ਜੋ ਸੁਧਾ ਮੂਰਤੀ ਹੈ ਵੀ ਉਹਦੇ ਅੱਗੇ ਫਿਰ ਬੈਗਿੰਗ ਕਰਦਾ ਕਿ ਮੈਡਮ ਪਲੀਜ਼ ਮੈਨੂੰ ਅਟੈਂਡੈਂਸ ਦੇ ਦਿਓ, ਮੈਨੂੰ ਇਹ ਪ੍ਰੋਬਲਮ ਆ ਗਈ, ਇਹ ਆ ਗਈ। ਤਾਂ ਨਰੇਟਰ ਤਾਂ ਟੀਚਰ ਹੈ ਵਿਚਾਰੀ, ਆਪਾਂ ਸਾਰਾ ਪੜ੍ਹਿਆ ਚੈਪਟਰ ਦੇ ਵਿੱਚ, ਉਹ ਫਿਰ ਉਹਦਾ ਮਨ ਪਸੀਜ ਜਾਂਦਾ, ਦਿਲ ਪਸੀਜ ਜਾਂਦਾ, ਤੇ ਫਿਰ ਉਹ ਅਟੈਂਡੈਂਸ ਨੂੰ ਸਾਰੀਆਂ ਉਸ ਦੀਆਂ ਹਾਜ਼ਰੀਆਂ ਪੂਰੀਆਂ ਕਰ ਦਿੰਦੀ। ਤਾਂ ਇੱਥੇ ਇਹੀ ਕੁਐਸਚਨ ਹੈ ਵਾਈ ਦਾ ਮਤਲਬ ਕਿਉਂ ਜਿਹੜੀ ਸਾਡੀ ਲੇਖਕ ਹੈ ਉਹ ਹਾਜ਼ਰੀਆਂ ਪੂਰੀਆਂ ਕਰ ਦਿੰਦੀ ਸੀ। ਰੈਂਡਰ ਦਾ ਮਤਲਬ ਪ੍ਰੋਵਾਈਡ ਕਰਨਾ, ਕਿਸੇ ਨੂੰ ਦੇਣਾ। ਅਟੈਂਡੈਂਸ, ਹਾਜ਼ਰੀਆਂ ਪੂਰੀਆਂ ਕਰ ਦਿੰਦੀ ਸੀ ਹਸਨ ਦੀਆਂ ਐਵਰੀ ਟਾਈਮ, ਹਰ ਸਮੇਂ। ਤਾਂ ਅਸੀਂ ਆਨਸਰ ਲਿਖਾਂਗੇ ਹਸਨ ਕੁਡ ਨਾਟ ਅਪੀਅਰ ਫॉर ਦਾ ਐਗਜ਼ਾਮੀਨੇਸ਼ਨ ਵਿਦ ਅਟੈਂਡੈਂਸ ਸ਼ਾਰਟੇਜ। ਕਿਉਂਕਿ ਜੇ ਉਹ ਹਾਜ਼ਰੀਆਂ ਪੂਰੀਆਂ ਨਾ ਕਰਦੀ ਤਾਂ ਹਸਨ ਕੁਡ ਨਾਟ ਅਪੀਅਰ, ਉਹ ਹਾਜ਼ਰ ਨਹੀਂ ਹੋ ਸਕਦਾ ਸੀ। ਅਪੀਅਰ ਦਾ ਮਤਲਬ ਹਾਜ਼ਰ ਹੋਣਾ, ਹਾਜ਼ਰ ਨਹੀਂ ਹੋ ਸਕਦਾ ਸੀ। ਨੋਟ ਲੱਗਿਆ ਹੋਇਆ ਹੈ ਕਿਹਦੇ ਵਿੱਚ, ਫॉर ਦਾ ਐਗਜ਼ਾਮੀਨੇਸ਼ਨ, ਪੇਪਰਾਂ ਦੇ ਲਈ। ਕਿਉਂ, ਵਿਦ ਅਟੈਂਡੈਂਸ ਸ਼ਾਰਟੇਜ। ਅਟੈਂਡੈਂਸ ਸ਼ਾਰਟੇਜ ਦਾ ਮਤਲਬ ਕਿਉਂਕਿ ਉਹਦੀਆਂ ਹਾਜ਼ਰੀਆਂ ਸ਼ਾਰਟ ਸੀਗੀਆਂ। ਤਾਂ ਹਾਜ਼ਰੀਆਂ ਸ਼ਾਰਟ ਹੋਣ ਕਰਕੇ, ਅਟੈਂਡੈਂਸ ਦਾ ਮਤਲਬ ਹਾਜ਼ਰੀਆਂ, ਸ਼ਾਰਟੇਜ ਦਾ ਮਤਲਬ ਸ਼ਾਰਟ ਹੋਣ ਕਰਕੇ, ਸ਼ਾਰਟ ਤੋਂ ਬੇਟਾ ਸ਼ਾਰਟੇਜ ਬਣਦਾ, ਠੀਕ ਹੈ।
ਤਾਂ ਹਾਜ਼ਰੀਆਂ ਸ਼ੋਰਟ ਹੋਣ ਦੇ ਨਾਲ ਉਹ ਐਗਜ਼ਾਮੀਨੇਸ਼ਨ ਦੇ ਵਿੱਚ ਅਪੀਅਰ ਨਹੀਂ ਹੋ ਸਕਦਾ। ਇਸ ਕਰਕੇ ਜਿਹੜੀ ਨਰੇਟਰ ਹੈ, ਟੀਚਰ ਹੈ, ਉਹ ਇੱਕ ਟੀਚਰ ਦਾ ਫਰਜ਼ ਸਮਝਦੇ ਹੋਏ ਉਹ ਸਾਰੀਆਂ ਹਾਜ਼ਰੀਆਂ ਹਸਨ ਨੂੰ ਪ੍ਰੋਵਾਈਡ ਕਰ ਦਿੰਦੀ ਸੀ। फोर्थ क्वेश्चन है जी कि वाई वर हसन's पेरेंट्स कॉल्ड टू स्कूल। ਹੁਣ ਦੇਖੋ ਹਰ ਸਮੈਸਟਰ 'ਚ ਉਹਦਾ ਹੀ ਡਰਾਮਾ ਚੱਲਦਾ ਸੀ, ਕਲਾਸ 'ਚ ਆਉਂਦਾ ਨਹੀਂ ਸੀ, ਹਾਜ਼ਰੀਆਂ ਫਿਰ ਪੂਰੀਆਂ ਕਰਨ ਲਈ ਉਹ ਫਿਰ ਮਿੰਨਤਾਂ ਤਰਲੇ ਕਰਦਾ ਟੀਚਰ ਦੀਆਂ। ਤਾਂ ਟੀਚਰ ਦਾ ਟੀਚਰ ਹੈ ਨਾ, ਦਿਲ ਤਾਂ ਉਹਦਾ ਵੀ ਦੁਖਦਾ। ਤਾਂ ਫਿਰ ਉਸਨੇ ਕਿਹਾ ਵੀ ਇਹ ਤਾਂ ਸਮਝਦਾ ਨਹੀਂ, ਚੱਲ ਮੈਂ ਇਹਦੇ ਪੇਰੈਂਟਸ ਨੂੰ ਬੁਲਾ ਲਾਂ। ਤਾਂ ਵਾਈ ਦਾ ਮਤਲਬ ਫਿਰ ਕਿਉਂ ਹਸਨ ਦੇ ਪੇਰੈਂਟਸ ਨੂੰ, ਮਾਂ ਬਾਪ ਨੂੰ ਬੁਲਾਇਆ ਗਿਆ ਸਕੂਲ 'ਚ, ਕਾਲਡ ਟੂ ਸਕੂਲ, ਸਕੂਲ 'ਚ ਕਿਉਂ ਬੁਲਾਇਆ ਗਿਆ। ਤਾਂ ਆਂਸਰ ਸੀ ਸਿੰਪਲ ਕਿ ਹਸਨ ਵਾਜ਼ ਨॉट ਰੈਗੂਲਰ ਇਨ ਦਾ ਕਲਾਸ, ਕਿ ਹਸਨ ਕਲਾਸ ਦੇ ਵਿੱਚ ਰੈਗੂਲਰ ਨਹੀਂ ਸੀ। ਰੈਗੂਲਰ ਦਾ ਮਤਲਬ ਨਿਯਮਿਤ ਹੋਣਾ। ਜਿਹੜਾ ਬੰਦਾ ਰੋਜ਼ ਕਲਾਸ 'ਚ ਆਵੇ ਉਹਨੂੰ ਆਪਾਂ ਰੈਗੂਲਰ ਕਹਿੰਦੇ ਆ, ਪਰ ਉਹ ਵਾਜ਼ ਨॉट ਰੈਗੂਲਰ, ਨਿਯਮਿਤ ਨਹੀਂ ਸੀ ਕਲਾਸ ਦੇ ਵਿੱਚ। ਕਲਾਸ ਦੇ ਵਿੱਚ ਆਂਦਾ ਨਹੀਂ ਸੀਗਾ, ਰੈਗੂਲਰ ਨਹੀਂ ਸੀਗਾ, ਪੇਪਰਾਂ ਦੇ ਨੇੜੇ ਆਂਦਾ ਸੀਗਾ, ਜਾਂ ਕਦੇ ਟੈਸਟ ਦੇਣ ਆ ਜਾਂਦਾ, ਅਦਰਵਾਈਜ਼ ਆਂਦਾ ਨਹੀਂ ਸੀ। ਜੇ ਆਂਦਾ ਸੀ ਤਾਂ ਲੇਟ ਆਂਦਾ ਸੀ। ਤਾਂ ਇਸ ਕਰਕੇ ਹਸਨ ਦੇ ਪੇਰੈਂਟਸ ਨੂੰ ਬੁਲਾਇਆ ਗਿਆ। फिफ्थ क्वेश्चन है कि ड्यूरिंग विच डेज वुड हसन ऑफन शो अप इन द क्लास। ड्यूरिंग का मतलब होता बेटा दौरान, किहड़े दिनां दे दौरान, विच डेज किहड़े दिनां दे दौरान हसन ऑफन का मतलब अक्सर क्लास च आउंदा सी। शो अप का मतलब अपना चेहरा दिखांदा सी, आके मतलब क्लास च आंदा सीगा अपने आप नूं, मतलब वो प्रेजेंट, उस दिन वो प्रेजेंट कदों आंदा सी, मतलब क्लास दे विच ऑफन शो अप इन द क्लास, क्लास च कदों हाजिर हुंदा सीगा, किहड़े दिनां दे दौरान। तो आंसर है कि हसन वुड ऑफन शो अप इन द क्लास फॉर अ क्लास टेस्ट और ड्यूरिंग एग्जामिनेशन। हसन अक्सर, ऑफन का मतलब अक्सर, क्लास दे विच आउंदा सी, या तो देखो क्लास टेस्ट दे लई, फॉर अ क्लास टेस्ट, क्लास कोई टेस्ट रखिया टीचर ने, क्योंकि उन्होंने पता है जो मैं टेस्ट दे विच नहीं आऊँगा तो टेस्ट चो गैर हाजिर हो जाऊँगा, वो नंबर कटणगे। असैसमेंट के नंबर तुहानूं पता टेस्टां दे हुंदे बेटा, तो क्लास टेस्ट हुंदा सी उदों आ जांदा सी, जां फिर और पाया ड्यूरिंग एग्जामिनेशन, ਪ੍ਰੀਖਿਆਵਾਂ ਦੌਰਾਨ। या तो वह ਪ੍ਰੀਖਿਆਵਾਂ दौरान आंदा सी या क्लास टेस्ट देन आंदा सी, क्लास अदरवाइज वो नहीं सी आंदा। सिक्स्थ क्वेश्चन है जी कि व्हाट वाज हसन's मदर प्ली टू हिज फादर। हुण तुहानूं पता बेटा जदों सुधा मूर्ति ने हसन के पेरेंट्स नूं बुलाया कि तुहाडा बच्चा ब्राइट है, नाइस है, लेकिन इररेगुलर है, इररिस्पॉन्सिबल है, ਇਹ ਸ਼ਿਕਾਇਤ ਕਰਨ ਲਈ ਵੀ ਤੁਸੀਂ ਆਪਣੇ ਬੱਚੇ ਨੂੰ ਸਮਝਾਓ। ਦੇਖੋ ਵਧੀਆ ਬਣ ਸਕਦਾ ਆਪਣੀ ਲਾਈਫ 'ਚ ਜੇ ਉਹਦੇ ਇਹੀ ਤੌਰ ਤਰੀਕੇ ਰਹੇ ਤਾਂ ਸਿਰਫ ਉਹ ਪਾਸਿੰਗ ਮਾਰਕਸ ਨਾਲ ਹੀ ਪਾਸ ਹੋਊਗਾ ਤੇ ਉਹਦੀ ਕੋਈ ਰੈਂਕ ਨਹੀਂ ਆਣਾ ਤੇ ਉਹ ਪਿੱਛੇ ਛੁੱਟ ਜਾਊਗਾ ਬਾਕੀ ਸਾਰੇ ਜਿਹੜੇ ਉਹਦੇ ਨਾਲ ਦੇ ਸਹਿਪਾਠੀ ਹੈ। ਸਮਝਾਉਣ ਦੇ ਲਈ ਬੁਲਾਇਆ ਸੀਗਾ। ਲੇਕਿਨ ਤੁਹਾਨੂੰ ਪਤਾ ਹੈ ਕਿ ਹਸਨ ਦੇ ਮਾਂ-ਬਾਪ ਹਸਨ ਦਾ ਹੱਲ ਸੋਚਣ ਕੀ ਸੋਚਣਾ ਸੀ, ਉਹਨਾਂ ਨੇ ਆਪ ਹੀ ਲੜ ਪਏ। ਤਾਂ ਉਸ ਸਮੇਂ ਹਸਨ ਦੀ ਜਿਹੜੀ ਮਾਂ ਸੀ, ਮਦਰ ਸੀਗੀ, ਉਹ ਫਾਦਰ ਨੂੰ ਉਸਨੇ ਆਪਣੀ ਕੀ ਪਲੀ ਦਿੱਤੀ। ਪਲੀ ਦਾ ਮਤਲਬ ਕੀ ਕਿਹਾ, ਮਤਲਬ ਇਸ ਦੇ ਬਾਰੇ ਕੀ ਕਿਹਾ ਉਹਨੇ ਆਪਣੇ ਹਸਨ ਦੇ ਫਾਦਰ ਨੂੰ। ਤਾਂ ਉਸਦੀ ਹਸਨ ਦੇ ਮਦਰ ਦੀ ਜਾਂ ਮਾਤਾ ਦੀ ਫਾਦਰ ਨੂੰ ਉਸਨੇ ਕੀ ਕਿਹਾ ਉਸ ਮੀਟਿੰਗ ਦੇ ਦੌਰਾਨ। ਤਾਂ ਆਨਸਰ ਕੀ ਹੈ ਜੀ ਕਿ ਹਸਨ's ਮਦਰ ਸੈਡ ਦੈਟ, ਹਸਨ ਦੀ ਮਾਤਾ ਨੇ ਕਿਹਾ ਕਿ हसन's father should speak to हसन man to man। man to man शब्द याद रखना बेटा, man to man ਦਾ ਮਤਲਬ ਹੁੰਦਾ ਹੈ ਬੰਦਿਆਂ ਵਾਂਗੂ। ਜਿਵੇਂ ਇੱਕ ਬੰਦਾ ਦੂਸਰੇ ਬੰਦੇ ਨਾਲ ਗੱਲ ਕਰਦਾ ਹੈ ਤਾਂ ਉਸ ਤਰ੍ਹਾਂ ਗੱਲ ਕਰ ਤੂੰ। ਤਾਂ ਹਸਨ ਦੀ ਮਾਤਾ ਨੇ ਕਿਹਾ ਕਿ ਹਸਨ ਦੇ ਪਿਤਾ ਨੂੰ ਹਸਨ ਨਾਲ should speak ਗੱਲ ਕਰਨੀ ਚਾਹੀਦੀ ਹੈ। ਕਿਵੇਂ? man to man, ਬੰਦੇ ਜਿਵੇਂ ਇੱਕ ਬੰਦਾ ਦੂਜੇ ਬੰਦੇ ਨਾਲ ਗੱਲ ਕਰਦਾ ਹੈ ਐਵੇਂ ਕਰ। ਮਤਲਬ ਤੂੰ ਭੁੱਲ ਜਾ ਕਿ ਤੂੰ ਉਹਦਾ ਪਿਓ ਹੈ ਜਾਂ ਉਹ ਤੇਰਾ ਪੁੱਤਰ ਹੈ। ਇੱਕ ਬੰਦਾ ਬੰਦੇ ਨਾਲ ਜਿਵੇਂ ਗੱਲ ਕਰਦਾ ਹੈ ਉਵੇਂ ਗੱਲ ਕਰ, ਉਹਨੂੰ ਸਮਝਾ ਤੂੰ। ਤਾਂ ਇਹ ਹਸਨ ਦੀ ਮਾਂ ਕਹਿੰਦੀ ਸੀ। 7th क्वेश्चन है जी कि why did the parent teacher meeting end fruitlessly। ਹੁਣ ਤੁਹਾਨੂੰ ਪਤਾ ਹੈ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ, ਤੁਹਾਡੀ ਵੀ ਪੀਟੀਐਮ ਮੀਟਿੰਗ ਹੁੰਦੀ ਹੈ, ਇਹਨੂੰ ਆਪਾਂ ਪੀਟੀਐਮ ਮੀਟਿੰਗ ਕਹਿੰਦੇ ਆ ਬੇਟਾ, ਪੇਰੈਂਟ ਟੀਚਰ ਮੀਟਿੰਗ ਹਰ ਪੇਪਰਾਂ ਤੋਂ ਬਾਅਦ ਹੁੰਦੀ ਹੈ। ਤੁਹਾਡੇ ਪੇਰੈਂਟਸ ਵੀ ਸਾਡੇ ਕੋਲ ਆਉਂਦੇ ਨੇ, ਆਪਣੇ ਬੱਚਿਆਂ ਦੇ ਬਾਰੇ ਪੁੱਛ-ਗਿੱਛ ਕਰਦੇ ਨੇ, ਬੱਚੇ ਨੇ ਕਿਸ ਤਰ੍ਹਾਂ ਕੀਤਾ ਪੇਪਰਾਂ 'ਚ, ਕਿੱਥੇ ਕਮੀ ਰਹੀ, ਅਸੀਂ ਸਾਰਾ ਕੁਝ ਉਹਨਾਂ ਨੂੰ ਰਿਪੋਰਟ ਦਿੰਦੇ ਹਾਂ। ਤੇ ਇਸੇ ਤਰ੍ਹਾਂ ਜਦੋਂ ਪੇਰੈਂਟ ਟੀਚਰ ਮੀਟਿੰਗ ਦੇ ਦੌਰਾਨ ਹਸਨ ਦੇ ਮਾਂ-ਬਾਪ ਸੁਧਾ ਮੂਰਤੀ ਜੀ ਕੋਲੇ ਆਏ ਤਾਂ ਵਾਈ ਦਾ ਮਤਲਬ ਕਿਉਂ, ਉਹ ਵਾਲੀ ਮੀਟਿੰਗ ਪੇਰੈਂਟ ਟੀਚਰ ਮੀਟਿੰਗ ਫਰੂਟਲੈਸਲੀ ਬਿਨਾਂ ਕਿਸੇ ਹੱਲ ਤੋਂ ਐਂਡ ਖਤਮ ਹੋ ਗਈ। ਹੱਲ ਹੀ ਨਹੀਂ ਹੋਇਆ, ਕੋਈ
ਹੱਲ ਆਪਾਂ ਕਿਹਦਾ ਲੱਭਣਾ ਸੀਗਾ, ਸੁਧਾ ਮੂਰਤੀ ਜੀ ਨੇ ਹੱਲ ਕਿਹਦਾ ਲੱਭਣਾ ਸੀ ਕਿ ਆਪਾਂ ਹਸਨ ਨੂੰ ਸਮਝਾਈਏ, ਉਸ ਨੂੰ ਸਹੀ ਰਸਤੇ ਤੇ ਲੈ ਕੇ ਆਈਏ ਤਾਂ ਕਿ ਉਹ ਰੈਗੂਲਰ ਹੋ ਜੇ, ਰਿਸਪੌਂਸਿਬਲ ਹੋ ਜੇ। ਲੇਕਿਨ ਉਹ ਮੀਟਿੰਗ ਦਾ ਕੋਈ ਹੱਲ ਹੀ ਨਹੀਂ ਨਿਕਲਿਆ। ਫਰੂਟਲੈਸਲੀ ਸ਼ਬਦ ਬੇਟਾ ਫਰੂਟ ਤੋਂ ਬਣੇ ਹੈ, ਫਰੂਟ ਤੋਂ ਬਣੇ ਹੈ। ਫਰੂਟ ਦੇ ਪਿੱਛੇ ਲੈਸ ਲਾ ਦੋ, ਦੇਖੋ, ਫਿਰ ਐਲਵਾਈ ਲਾ ਦੋ, ਐਡਵਰਬ ਬਣ ਗਈ ਇਹ, ਬਿਨਾਂ ਕਿਸੇ ਹੱਲ ਤੋਂ। ਹਾਲਾਂਕਿ ਫਰੂਟ ਦਾ ਮਤਲਬ ਫਲ ਹੁੰਦਾ ਹੈ, ਇੱਥੇ ਤੁਸੀਂ ਇਹ ਵੀ ਕਹਿ ਸਕਦੇ ਹੋ ਬਿਨਾਂ ਕਿਸੇ ਫਲ ਤੋਂ, ਹੈ ਨਾ। ਤਾਂ ਹਸਨ's ਪੇਰੈਂਟਸ ਬਲੇਮਡ ਈਚ ਅਦਰ, ਬਲੇਮ ਦਾ ਮਤਲਬ ਦੋਸ਼ ਲਗਾਉਣਾ, ਬਲੇਮ, ਬਲੇਮਡ, ਬਲੇਮਡ, ਠੀਕ ਹੈ। ਦੂਜੀ ਵਰਬ ਲਗਾਈ ਆਪਾਂ ਨੇ ਕਿ ਹਸਨ ਦੇ ਮਾਂ-ਬਾਪ ਨੇ ਦੋਸ਼ ਲਗਾਇਆ ਈਚ ਅਦਰ, ਇੱਕ ਦੂਜੇ ਤੇ, ਕਾਦੇ ਲਈ? ਫॉर ਹਸਨ's irregularity in the school, ਹਸਨ ਦੀ irregularity, ਕਿਉਂਕਿ ਉਹ irregular ਸੀਗਾ, ਨਿਯਮਿਤ ਨਹੀਂ ਸੀ। ਇੱਥੇ ਨਿਯਮ ਆਪਾਂ ਪਹਿਲਾਂ ਨਿਯਮਿਤ ਪਾਇਆ ਸੀ, ਹੁਣ ਉਹਦਾ ਉਲਟ ਕੀ ਹੋ ਗਿਆ? ਅਨਿਯਮਿਤ, ਹੈ ਨਾ। ਤਾਂ ਇਹ ਹੋ ਗਿਆ, ਉਹਦਾ ਉਲਟ ਹੋ ਗਿਆ ਕਿ ਹਸਨ ਦੀ ਜਿਹੜੀ ਇਰੈਗੂਲਰਿਟੀ ਸੀ ਸਕੂਲ ਦੇ ਵਿੱਚ, ਉਹਦਾ ਬਲੇਮ ਇੱਕ ਦੂਜੇ ਤੇ ਲਾਇਆ ਹਸਨ ਦੇ ਪੇਰੈਂਟਸ ਨੇ। ਆਪਾਂ ਦੇਖਿਆ ਨਾ, ਸਾਰਾ ਚੈਪਟਰ ਪੜ੍ਹਿਆ। ਪਹਿਲਾਂ ਫਾਦਰ ਕਹਿੰਦਾ ਦੇਖੋ ਜੀ ਮੈਂ ਤਾਂ ਬਿਜ਼ਨਸ 'ਚ ਹੈ, ਮੈਂ ਤਾਂ ਬਿਜ਼ੀ ਬੰਦਾ ਹੈ, ਘਰ ਦਾ ਕੰਮ ਹੈ ਇਹ ਇਹਦੀ ਮਾਂ ਸੰਭਾਲੂਗੀ, ਮੈਂ ਨਹੀਂ ਸੰਭਾਲ ਸਕਦਾ, ਮੇਰੇ ਕੋਲ ਤਾਂ ਹੋਰ ਬਹੁਤ ਸਾਰੇ ਕੰਮ ਹੈ, ਮੈਂ ਹੁਣ ਆਪਣਾ ਬਿਜ਼ਨਸ ਦੇਖਾਂ, ਘਰ ਦੇਖਾਂ। ਹੁਣ ਹਸਨ ਦੀ ਮਾਂ ਕਹਿੰਦੀ ਬੱਚਾ ਵੱਡਾ ਹੋ ਗਿਆ, ਮੇਰੀ ਗੱਲ ਨਹੀਂ ਸੁਣਦਾ, ਤੂੰ ਬੰਦਿਆਂ ਵਾਂਗੂ ਉਹਦੇ ਨਾਲ ਗੱਲ ਕਰ, ਤੂੰ ਸਮਝਾ ਉਹਨੂੰ। ਆਪਸ 'ਚ ਹੀ ਲੜ ਪਏ ਉਹ, ਯਾਨੀ ਕਿ ਪਿਤਾ ਨੇ, ਹਸਨ ਦੇ ਪਿਤਾ ਨੇ ਹਸਨ ਦੀ ਮਾਂ ਦਾ ਦੋਸ਼ ਕੱਢਿਆ ਕਿ ਜੇ ਮੁੰਡਾ ਖਰਾਬ ਹੋ ਰਿਹਾ ਤਾਂ ਤੇਰੇ ਕਰਕੇ ਹੋ ਰਿਹਾ, ਤੂੰ ਧਿਆਨ ਨਹੀਂ ਦਿੰਦੀ। ਹਸਨ ਦੀ ਮਾਂ ਕਹਿੰਦੀ ਹੈ ਕਿ ਤੂੰ ਘਰੇ ਹੀ ਨਹੀਂ ਰਹਿੰਦਾ, ਆਪਣੇ ਬੇਟੇ ਵੱਲ ਤੇਰਾ ਕੋਈ ਧਿਆਨ ਹੀ ਨਹੀਂ, ਤਾਂ ਇਸ ਕਰਕੇ ਮੁੰਡਾ ਖਰਾਬ ਹੋ ਰਿਹਾ। ਤਾਂ ਉਹ ਜਿਹੜੀ ਮੀਟਿੰਗ ਸੀ ਫਰੂਟਲੈਸਲੀ, ਮਤਲਬ ਕੋਈ ਹੱਲ ਹੀ ਨਹੀਂ ਨਿਕਲਿਆ ਕਿਉਂਕਿ ਪੇਰੈਂਟਸ ਨੇ ਇੱਕ ਦੂਜੇ ਨੂੰ ਬਲੇਮ ਕੀਤਾ। 8ਵਾਂ ਕੁਐਸਚਨ ਹੈ ਜੀ ਕਿ ਡਿਸਕ੍ਰਾਈਬ, ਡਿਸਕ੍ਰਾਈਬ ਦਾ ਮਤਲਬ ਹੁੰਦਾ ਬੇਟਾ ਵਰਣਨ ਕਰਨਾ। ਆਪਾਂ ਪੰਜਾਬੀ 'ਚ ਕਹਿੰਦੇ ਆ ਨਾ ਵਰਣਨ ਕਰੋ, ਵਰਣਨ ਕਰਨਾ। ਵਰਣਨ ਕਰੋ ਕਾਦੇ ਬਾਰੇ? ਦਾ ਫਿਜ਼ੀਕਲ ਐਕਸਪੀਰੀਅੰਸ। ਫਿਜ਼ੀਕਲ ਦਾ ਮਤਲਬ ਉਸਦੀ ਦਿੱਖ ਕਿੱਦਾਂ ਦੀ ਸੀ, ਫਿਜ਼ੀਕਲ ਅਪੀਅਰੈਂਸ, ਕਿੱਦਾਂ ਦਾ ਬੰਦਾ ਦਿਖਦਾ ਸੀ, ਠੀਕ ਹੈ। ਕਾਦੀ? ਕਿਸ ਦੀ? ਹਸਨ ਦੀ। ਜਦੋਂ ਉਸਨੇ ਉਹ ਆਪਣੇ ਟੀਚਰ ਨੂੰ ਮਿਲਿਆ, ਮੀਟ, ਮੈਟ, ਦੂਜੀ ਵਰਬ ਲੱਗੀ ਹੈ, ਆਫਟਰ ਸੈਵਰਲ ਈਅਰਸ, ਕਾਫੀ ਸਾਲਾਂ ਤੋਂ ਬਾਅਦ, ਜਦੋਂ ਉਹ ਕੋਰਸ ਕਰਕੇ ਜਾ ਚੁੱਕਿਆ ਸੀ, ਆਪਣਾ ਗ੍ਰੈਜੂਏਸ਼ਨ ਦਾ ਕੋਰਸ ਕਰਕੇ ਜਾ ਚੁੱਕਿਆ ਸੀ, ਤਾਂ ਕਾਫੀ ਸਾਲਾਂ ਬਾਅਦ ਦੁਬਾਰਾ ਜਦੋਂ ਹਸਨ ਆਪਣੀ ਟੀਚਰ ਨੂੰ ਮਿਲਣ ਆਇਆ ਤਾਂ ਉਸ ਸਮੇਂ ਉਹਦੀ ਫਿਜ਼ੀਕਲ ਅਪੀਅਰੈਂਸ ਕਿੱਦਾਂ ਦੀ ਸੀ? ਇਹ ਕੁਐਸਚਨ ਹੈ ਜੀ। ਤਾਂ ਅਸੀਂ ਪੜ੍ਹਿਆ ਜੀ ਕਿ ਹਸਨ ਵਾਜ਼ ਅਬਾਊਟ 35 ਇਅਰਸ 올ਡ, ਹਸਨ ਉਸ ਸਮੇਂ 35 ਸਾਲਾਂ ਦਾ ਲੱਗ ਰਿਹਾ ਸੀ, 35 ਇਅਰਸ 올ਡ। ਪਲੰਪ ਸੀ, ਪਲੰਪ ਦਾ ਮਤਲਬ ਹੁੰਦਾ ਬੇਟਾ ਫੈਟ ਜਾਂ ਮੋਟਾ, ਐਂਡ ਬਾਲਡ, ਬਾਲਡ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬਿਨਾਂ ਵਾਲਾਂ ਤੋਂ ਗੰਜਾ, ਗੰਜਾ ਹੋ ਚੁੱਕਿਆ ਸੀ, ਬਾਲਡ ਸੀ, ਪਲੰਪ ਸੀ, ਮੋਟਾ ਹੋ ਚੁੱਕਿਆ ਸੀ, ਅਤੇ 35 ਇਅਰਸ 올ਡ ਹੋ ਚੁੱਕਿਆ ਸੀ, 35 ਸਾਲਾਂ ਦੀ ਉਹਦੀ ਉਮਰ ਹੋ ਚੁੱਕੀ ਸੀ। ਈਜ਼ੀ ਹੈ ਬੇਟਾ ਆਨਸਰ, ਤੁਸੀਂ ਇੱਕ ਲਾਈਨ ਦੇ ਵਿੱਚ ਇਹਦਾ ਆਨਸਰ ਲਿਖਣਾ। ਦੇਖੋ ਬਹੁਤੇ ਮੈਂ ਤੁਹਾਨੂੰ ਦੱਸਾਂ ਜਿਹੜੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਹੈ ਬੇਟਾ ਬਹੁਤੇ ਲੰਬੇ ਨਹੀਂ ਲਿਖੀਦੇ ਹੁੰਦੇ। ਆਪਾਂ ਟੂ ਦਾ ਪੁਆਇੰਟ ਆਨਸਰ ਲਿਖੋ, ਇੱਕ ਜਾਂ ਹੱਦ 2 ਲਾਈਨਾਂ ਦੇ ਵਿੱਚ ਆਨਸਰ ਮੁੱਕ ਜਾਂਦਾ ਹੈ। 2 ਨੰਬਰ ਦਾ ਕੁਐਸਚਨ ਹੈ, ਆਪਾਂ ਨੂੰ ਜੇ ਅਸੀਂ ਟੂ ਦਾ ਪੁਆਇੰਟ ਲਿਖਾਂਗੇ ਯਾਦ ਕਰਨੇ ਵੀ ਸੌਖੇ ਨੇ, ਉਹਨਾਂ ਦੀ ਪ੍ਰੈਕਟਿਸ ਕਰਨੀ ਵੀ ਸੌਖੀ ਹੈ, ਤੇ ਸਾਡੇ ਮਾਰਕਸ ਵੀ ਫੁੱਲ ਬਟਾ ਫੁੱਲ ਆਉਣਗੇ। 9th ਕੁਐਸਚਨ ਹੈ ਕਿ what had the narrator expected ਹਸਨ to become in his life। ਦੇਖੋ ਟੀਚਰ ਤਾਂ ਟੀਚਰ ਹੈ ਨਾ, ਟੀਚਰ ਨੂੰ ਪਤਾ ਹੈ ਕਿ ਹਸਨ ਦੇ ਅੰਦਰ ਪੋਟੈਂਸ਼ੀਅਲ ਹੈ, ਉਸਦੇ ਅੰਦਰ ਸਮਰੱਥਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਛਾ ਇਨਸਾਨ ਬਣ ਸਕਦਾ ਹੈ, ਬਹੁਤ ਕਾਮਯਾਬ ਇਨਸਾਨ ਬਣ ਸਕਦਾ ਹੈ। ਕਿਉਂਕਿ ਦੇਖੋ ਸੁਧਾ ਮੂਰਤੀ ਨੇ ਜਗ੍ਹਾ ਜਗ੍ਹਾ ਹਸਨ ਦੀ ਪ੍ਰੇਜ਼ ਕੀਤੀ ਹੈ ਪੂਰੀ ਚੈਪਟਰ ਦੇ ਵਿੱਚ। ਉਸ ਨੂੰ ਕਹਿੰਦੀ ਹੈ ਕਿ ਹੀ ਇਜ਼ ਅ ਨਾਈਸ ਬॉय, ਹੀ ਇਜ਼ ਅ ਬ੍ਰਾਈਟ ਬॉय, ਲੇਕਿਨ ਉਹ ਸਿਰਫ ਇਹੀ ਕਹਿੰਦੀ ਹੈ ਕਿ ਉਹ ਇਨਡਿਸਿਪਲਿਨਡ ਹੈ, ਉਹਨੇ ਹੋਰ ਕੁਝ ਨਹੀਂ ਕਿਹਾ। ਇਰੈਗੂਲਰ ਹੈ, ਇਨਡਿਸਿਪਲਿਨਡ ਹੈ, ਅਦਰਵਾਈਜ਼ ਉਸਨੇ ਹਮੇਸ਼ਾ ਹਸਨ ਦੇ ਲਈ ਚੰਗੇ ਵਰਡ ਯੂਜ਼ ਕੀਤੇ ਗਏ, ਚੰਗੇ ਵਰਡ ਯੂਜ਼ ਕੀਤੇ ਉਹਨੇ ਪੂਰੇ ਚੈਪਟਰ 'ਚ। ਇਸ ਕਰਕੇ ਨਰੇਟਰ ਜਿਹੜੀ ਲੇਖਕ ਹੈ ਉਹ ਕੀ ਆਸ ਕਰਦੀ ਸੀ? ਐਕਸਪੈਕਟ ਦਾ ਮਤਲਬ ਬੇਟਾ ਹੁੰਦਾ ਹੈ ਆਸ ਕਰਨਾ, ਆਸ ਕਰਨਾ। ਨਰੇਟਰ ਕੀ ਆਸ ਕਰਦੀ ਸੀ ਕਿ ਹਸਨ ਆਪਣੀ ਜ਼ਿੰਦਗੀ ਦੇ ਵਿੱਚ ਕੀ ਬਣ ਸਕਦਾ ਹੈ, ਟੂ ਬਿਕਮ, ਕਿ ਕੀ ਬਣੇਗਾ, ਇਸ ਚੀਜ਼ ਦੀ ਕੀ ਆਸ ਕਰਦੀ ਸੀ ਨਰੇਟਰ। ਇੱਕ ਹੋਰ ਵਰਡ ਹੁੰਦਾ ਬੇਟਾ ਆਸ ਕਰਨ, ਜਿਸ ਨੂੰ ਆਪਾਂ ਹੋਪ ਕਹਿੰਦੇ ਹਾਂ, ਹੈ ਨਾ। ਹੋਪ ਦਾ ਮਤਲਬ ਹੀ ਆਸ ਕਰਨਾ ਹੁੰਦਾ ਹੈ, ਐਕਸਪੈਕਟ ਦਾ ਮਤਲਬ ਹੀ ਆਸ ਕਰਨਾ ਹੁੰਦਾ। ਪਰ ਮੈਂ ਤੁਹਾਨੂੰ ਕਈ ਵਾਰੀ ਆਪਣੇ ਲੈਕਚਰਸ ਦੇ ਵਿੱਚ ਇਹ ਦੱਸਿਆ ਕਿ ਕੁਝ ਵਰਡਸ ਹੁੰਦੇ ਨੇ ਬੇਟਾ ਜਿਹੜੇ ਥੋੜੇ ਜਿਹੇ ਵੀਕ ਵਰਡਸ ਹੁੰਦੇ ਨੇ ਤੇ ਸਟਰੋਂਗ ਵਰਡਸ ਹੁੰਦੇ ਨੇ। ਦੋਨਾਂ ਦਾ ਮਤਲਬ ਆਸ ਕਰਨਾ ਹੈ, ਲੇਕਿਨ ਜਦ ਆਪਾਂ ਨਾ ਇੱਕ ਹੋਪ ਤਾਂ ਆਇਆ ਕਿ ਆਪਾਂ ਕਹਿੰਦੇ ਆ ਕਿ ਆਪਾਂ ਕਿਸੇ ਨੂੰ ਪੁੱਛੀਏ ਕਿ ਅੱਜ ਤੂੰ ਸ਼ਾਮ ਨੂੰ ਜਾਏਗਾ ਉੱਥੇ, ਤੇ ਤੂੰ ਕਹੇ, ਤੁਸੀਂ ਆਨਸਰ ਦੋ ਕਿ ਹਾਂ ਆਈ ਹੋਪ ਸੋ, ਨਹੀਂ ਹਾਂ ਮੈਨੂੰ ਆਸ ਹੈ ਕਿ ਮੈਂ ਜਾਊਂਗਾ। ਇਹ ਤਾਂ ਇੱਕ ਛੋਟੀ ਜਿਹੀ ਗੱਲ ਹੋ ਗਈ। ਜਦੋਂ ਆਪਾਂ ਛੋਟੀ ਜਿਹੀ ਗੱਲ ਲਈ ਕੋਈ ਬੇਟਾ ਆਸ ਕਰਦੇ ਹਾਂ ਆਪਾਂ ਉੱਥੇ ਹੋਪ ਯੂਜ਼ ਕਰਦੇ ਹਾਂ। ਲੇਕਿਨ ਜਦੋਂ ਆਪਾਂ ਕਿਸੇ ਖਾਸ ਗੱਲ ਦੇ ਲਈ ਆਸ ਕਰੀਏ,
ਹੁਣ ਖਾਸ ਗੱਲ ਇੱਥੇ ਕੀ ਹੈ, ਨਰੇਟਰ ਇਹ ਆਸ ਕਰਦੀ ਹੈ ਕਿ ਹਸਨ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਬਹੁਤ ਵੱਡਾ ਇਨਸਾਨ ਬਣੂਗਾ ਜਾਂ ਬਹੁਤ ਕਾਮਯਾਬ ਇਨਸਾਨ ਬਣੂਗਾ, ਤੇ ਇੱਕ ਵੱਡੀ ਗੱਲ ਹੈ ਹਸਨ ਦੇ ਲਈ ਉਹਦਾ ਵੱਡਾ ਮਤਲਬ ਕਾਮਯਾਬ ਇਨਸਾਨ ਬਣਨਾ। ਤਾਂ ਇੱਥੇ ਇਸੇ ਕਰਕੇ ਆਪਾਂ ਹੋਪ ਨਹੀਂ ਲਾਇਆ, ਕਿਉਂਕਿ ਅਸੀਂ ਕਿਸੇ ਵੱਡੀ ਚੀਜ਼ ਦੇ ਲਈ ਆਸ ਕਰ ਰਹੇ ਹਾਂ, ਤੇ ਇੱਥੇ ਐਕਸਪੈਕਟ ਲਾਇਆ ਹੋਇਆ। ਤੇ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਬੇਟਾ ਧਿਆਨ ਦਿਆ ਕਰੋ। ਤੇ ਕੀ ਆਸ ਕਰਦੀ ਸੀ ਜੀ ਲੇਖਕ, ਕਿ ਸ਼ੀ ਹੈਡ ਐਕਸਪੈਕਟਡ, ਕਿ ਉਸਨੇ ਆਸ ਕੀਤੀ ਸੀ ਕਿ ਹਸਨ ਵੁੱਡ ਬੀ ਬਣੇਗਾ, ਐਟ ਸਮ ਵੁੱਡ ਬੀ ਹੋਏਗਾ ਜਾਏਗਾ, ਐਟ ਸਮ ਹਾਈ ਪੋਜੀਸ਼ਨ, ਕਿਸੇ ਉੱਚੀ ਪੋਜੀਸ਼ਨ ਤੇ ਜਾਏਗਾ। ਹਾਈ ਪੋਜੀਸ਼ਨ, ਪੋਜੀਸ਼ਨ ਮਤਲਬ ਕਿਸੇ ਕੰਪਨੀ ਚ ਅੱਛੀ ਪੋਜੀਸ਼ਨ ਤੇ ਜਾਏਗਾ, ਉਹਦਾ CEO ਬਣੇਗਾ, ਚੀਫ ਅਫਸਰ ਬਣੂਗਾ, ਮਾਲਕ ਬਣੂਗਾ। ਕਿਹੜੀ ਕੰਪਨੀ ਦੇ ਵਿੱਚ? ਇਨ ਦਾ ਸੌਫਟਵੇਅਰ ਇੰਡਸਟਰੀ। ਕੰਪਿਊਟਰ ਦੀ ਜਿਹੜੀ ਸੌਫਟਵੇਅਰ ਇੰਡਸਟਰੀ ਹੈ, ਦੇਖੋ ਬੇਟਾ ਮੈਂ ਤੁਹਾਨੂੰ ਦੱਸਿਆ ਸੀਗਾ ਚੈਪਟਰ ਨਰੇਟ ਕਰਦੇ ਹੋਏ ਕਿ ਕੰਪਿਊਟਰ 'ਚ ਦੋ ਤਰ੍ਹਾਂ ਦੀ ਇੰਡਸਟਰੀ ਹੁੰਦੀ ਹੈ। ਇੱਕ ਹਾਰਡਵੇਅਰ ਇੰਡਸਟਰੀ ਹੁੰਦੀ ਹੈ ਜਿੱਥੇ ਕੰਪਿਊਟਰਸ ਬਣਦੇ ਹੈ, ਜਿਵੇਂ ਪ੍ਰਿੰਟਰ ਜਿੱਥੇ ਬਣਦੇ ਹੈ, ਜਿਵੇਂ HP ਦੇ ਕੰਪਿਊਟਰਸ ਨੇ ਜਾਂ ਸਾਡੇ ਡੈਲ ਦੇ ਕੰਪਿਊਟਰਸ ਹੈ। ਇਹ ਜਿਹੜੀ ਇੰਡਸਟਰੀ ਹੈ ਹਾਰਡਵੇਅਰ ਇੰਡਸਟਰੀ ਹੈ। ਤਾਂ ਲੇਕਿਨ ਕੁਝ ਕੰਪਨੀਆਂ ਐਸੀਆਂ ਨੇ ਜਿੱਥੇ ਕੰਪਿਊਟਰਸ ਦੇ ਵਿੱਚ ਪੈਣ ਵਾਲੇ ਸੌਫਟਵੇਅਰ ਬਣਦੇ ਆ, ਜਿੱਥੇ ਐਪਲੀਕੇਸ਼ਨ ਸੌਫਟਵੇਅਰ ਬਣਦੇ ਆ, ਉਹਨਾਂ ਨੂੰ ਅਸੀਂ ਸੌਫਟਵੇਅਰ ਇੰਡਸਟਰੀ ਕਹਿੰਦੇ ਆ। ਜਿਵੇਂ ਮੈਂ ਤੁਹਾਨੂੰ ਇੱਕ +1 ਦੇ ਵਿੱਚ ਜਦੋਂ ਦੱਸਿਆ ਸੀਗਾ ਕਿ ਇਨਫੋਸਿਸ ਕੰਪਨੀ ਹੈ, ਉਹ ਸੌਫਟਵੇਅਰ ਇੰਡਸਟਰੀ ਦੀ ਕੰਪਨੀ ਹੈ, ਬਿਕੋਜ਼ ਉੱਥੇ ਸੌਫਟਵੇਅਰਸ ਬਣਦੇ ਆ ਕੰਪਿਊਟਰ ਦੇ ਵਿੱਚ ਚੱਲਣ ਵਾਲੇ ਜਾਂ ਮੋਬਾਈਲਾਂ ਦੇ ਵਿੱਚ ਚੱਲਣ ਵਾਲੇ। ਤਾਂ ਉਹ ਇਹ ਆਸ ਕਰਦੀ ਸੀ, ਨਰੇਟਰ ਇਹ ਆਸ ਕਰਦੀ ਸੀ ਕਿ ਹਸਨ ਸੌਫਟਵੇਅਰ ਇੰਡਸਟਰੀ ਦੇ ਵਿੱਚ ਕਿਸੇ ਵੱਡੀ ਪੋਜੀਸ਼ਨ ਤੇ ਜਾਏਗਾ, ਵੁੱਡ ਬੀ ਐਟ ਸਮ ਹਾਈ ਪੋਜੀਸ਼ਨ। 10ਵਾਂ ਕੁਐਸਚਨ, ਹਾਊ ਡਿਡ ਹਸਨ ਸਟੱਡੀ ਵੈਨ ਹੀ ਵਾਜ਼ ਇਨ ਹਿਜ਼ ਕਾਲਜ? ਹਾਊ ਦਾ ਮਤਲਬ ਕਿਸ ਤਰੀਕੇ ਦੇ ਨਾਲ, ਕਿਸ ਢੰਗ ਦੇ ਨਾਲ। ਹਾਊ ਤੁਹਾਨੂੰ ਦੱਸਣਾ, ਪਹਿਲਾ ਕੁਐਸਚਨ ਦਾ ਪਹਿਲਾ ਵਰਡ ਧਿਆਨ ਨਾਲ ਦੇਖਿਆ ਕਰੋ ਕਿ ਕੀ ਪੁੱਛਿਆ ਗਿਆ ਇੱਥੇ। ਹੁਣ ਢੰਗ ਪੁੱਛਿਆ ਗਿਆ ਕਿ ਕਿਸ ਢੰਗ ਦੇ ਨਾਲ ਹਸਨ ਸਟੱਡੀ ਕਰਦਾ ਸੀ, ਪੜ੍ਹਦਾ ਸੀ ਜਦੋਂ ਉਹ ਕਾਲਜ ਸੀ। ਤਾਂ ਇਹ ਸਾਰੇ ਆਨਸਰਸ ਹਸਨ ਨੇ ਕਦੋਂ ਦਿੱਤੇ? ਬਿਲਕੁਲ ਚੈਪਟਰ ਦੇ ਐਂਡ, ਜਦੋਂ ਉਹਨਾਂ ਨੂੰ ਮਿਲਣ ਆਇਆ ਆਪਣੀ ਟੀਚਰ ਨੂੰ। ਤਾਂ ਜਦੋਂ ਟੀਚਰ ਬੜੀ ਹੈਰਾਨ ਹੋਈ ਕਿ ਉਹ, ਮੈਂ ਤਾਂ ਸੋਚਦੀ ਸੀ ਕਿ ਉਹ ਕਿਸੇ ਸੌਫਟਵੇਅਰ ਇੰਡਸਟਰੀ 'ਚ ਵੱਡੀ ਪੋਸਟ ਤੇ ਜਾਊਗਾ, ਲੇਕਿਨ ਉਹ ਬਣ ਕੀ ਗਿਆ? ਉਹ ਬਣ ਗਿਆ ਇੱਕ ਸੇਲਸ ਪਰਸਨ। ਕਿੱਥੇ ਕੰਪਨੀ ਦਾ ਮਾਲਕ ਬਣਨਾ, ਕਿੱਥੇ ਕੰਪਨੀ ਦੇ ਵਿਕੇ ਬਣੇ ਹੋਏ ਪ੍ਰੋਡਕਟਸ ਨੂੰ ਘਰ ਘਰ ਜਾ ਕੇ ਵੇਚਣ ਵਾਲਾ ਬਣਨਾ, ਇਹ ਤਾਂ ਬਿਲਕੁਲ ਅਲੱਗ ਚੀਜ਼ ਬਣ ਗਈ ਨਾ, ਬਿਲਕੁਲ ਲੋ ਲੈਵਲ ਵਾਲਾ ਕੰਮ ਆ ਗਿਆ। ਤਾਂ ਫਿਰ ਉਹ ਬੜੀ ਹੈਰਾਨ ਹੋਈ, ਫਿਰ ਉਹਨੂੰ ਪੁੱਛਦੀ ਹੈ ਕਿ ਇਹ ਕਿਵੇਂ ਹੋਇਆ, ਮਤਲਬ ਇਸ ਤਰ੍ਹਾਂ ਕਿਉਂ ਹੋਇਆ, ਉਹਦਾ ਪੜ੍ਹਨ ਵਾਲਾ ਬੱਚਾ ਸੀ, ਵਧੀਆ ਬੱਚਾ ਸੀ। ਤਾਂ ਫਿਰ ਹਸਨ ਇਹ ਸਾਰੇ ਜਵਾਬ ਦਿੰਦਾ ਹੈ, ਕਹਿੰਦੇ ਮੇਰੀਆਂ ਆਦਤਾਂ ਨਹੀਂ ਸੁਧਰੀਆਂ। ਤੇ ਫਿਰ ਉਹਨੇ ਦੱਸਿਆ ਕਿ ਹਸਨ ਵੁੱਡ ਸਟੱਡੀ, ਹਸਨ ਪੜ੍ਹਦਾ ਸੀ ਜਸਟ ਬਿਫੋਰ ਦਾ ਐਗਜ਼ਾਮ, ਸਿਰਫ ਪੇਪਰਾਂ ਤੋਂ ਪਹਿਲਾਂ। ਜਸਟ ਬਿਫੋਰ ਦਾ ਐਗਜ਼ਾਮ, ਜਦੋਂ ਪੇਪਰ ਹੋਣੇ ਸੀਗੇ ਉਸ ਤੋਂ ਪਹਿਲਾਂ ਪੜ੍ਹਦਾ ਸੀ। ਕੀ ਕਰਦਾ ਸੀ? ਗੈਸ ਦਾ ਇੰਪੋਰਟੈਂਟ ਕੁਐਸਚਨ, ਜ਼ਰੂਰੀ ਜਿਹੜੇ ਕੁਐਸਚਨ ਸੀ ਉਹਨਾਂ ਦਾ ਗੈਸ ਲਾਂਦਾ, ਗੈਸ ਕਰਦਾ ਵੀ ਆਹ ਕੁਐਸਚਨ ਆ ਸਕਦਾ ਪੇਪਰ 'ਚ, ਉਹਨਾਂ ਨੂੰ ਰੱਟ ਲੈਂਦਾ। ਐਂਡ ਸਕਿਪ ਦਾ ਚੈਪਟਰ, ਸਕਿਪ ਦਾ ਮਤਲਬ ਛੱਡ ਦੇਣਾ, ਸਕਿਪ ਕਰ ਦੇਣਾ, ਛੱਡ ਹੀ ਦੇਣਾ, ਸਾਰੇ ਚੈਪਟਰ ਛੱਡ ਦਿੰਦਾ ਸੀ। ਚੈਪਟਰ ਤਾਂ ਪੜ੍ਹਦਾ ਹੀ ਨਹੀਂ ਸੀ, ਚੈਪਟਰਸ ਪੜ੍ਹਦਾ ਹੀ ਨਹੀਂ ਸੀ, ਅਤੇ ਸਿਰਫ ਇੰਪੋਰਟੈਂਟ ਕੁਐਸਚਨਸ ਤੇ ਰੱਟੇ ਲਾ ਕੇ ਸਿਰਫ ਐਗਜ਼ਾਮਸ ਦੇ ਦੌਰਾਨ ਪੜ੍ਹ ਕੇ ਪੇਪਰ ਕਲੀਅਰ ਕਰ ਲੈਂਦਾ ਸੀ, ਤੇ ਫਸਟ ਡਿਵੀਜ਼ਨ ਵੀ ਉਹਦੀ ਆ ਜਾਂਦੀ ਸੀ। ਪੜ੍ਹਨ 'ਚ ਅੱਛਾ ਸੀ ਲੇਕਿਨ ਮਿਹਨਤ ਨਹੀਂ ਸੀ ਕਰਦਾ। ਤਾਂ ਬੱਚਿਓ ਮੈਂ ਤੁਹਾਨੂੰ ਵੀ ਕਹੂੰਗਾ, ਮੈਂ ਜਦੋਂ ਤੁਹਾਨੂੰ ਇਹ ਚੈਪਟਰ ਕਰਾ ਰਹੇ ਹਾਂ, ਮੈਂ ਕਈ ਵਾਰੀ ਦੇਖਦਾ ਹੁੰਦਾ ਕਿ ਤੁਸੀਂ ਕੁਐਸਚਨ ਆਨਸਰਸ ਵਾਲਾ ਜਿਹੜਾ ਮੇਰਾ ਵੀਡੀਓ ਹੁੰਦਾ ਉਹ ਤਾਂ ਤੁਸੀਂ ਬਹੁਤ ਧਿਆਨ ਨਾਲ ਦੇਖਦੇ ਹੋ, ਕਿਉਂਕਿ ਮੈਨੂੰ ਪਤਾ ਲੱਗ ਜਾਂਦਾ ਹੈ ਵਿਊਜ਼ ਤੋਂ, ਉਹ ਤਾਂ ਤੁਸੀਂ ਦੇਖਦੇ ਹੋ। ਲੇਕਿਨ ਜਦੋਂ ਮੈਂ ਚੈਪਟਰ ਨੂੰ ਐਕਸਪਲੇਨ ਕਰਨ ਵਾਲਾ ਵੀਡੀਓ ਪਾਉਣਾ ਹੈ, ਉਹਦਾ ਲਿੰਕ ਤੁਹਾਨੂੰ ਭੇਜਦਾ, ਤਾਂ ਤੁਸੀਂ ਚੈਪਟਰ ਨੂੰ ਐਕਸਪਲੇਨ ਕਰਨ ਵਾਲਾ ਲਿੰਕ ਨਹੀਂ ਦੇਖਦੇ। ਇਹ ਮਾੜੀ ਗੱਲ ਹੈ। ਦੇਖੋ, ਜਦੋਂ ਆਪਾਂ ਨੇ ਚੈਪਟਰ ਹੀ ਨਹੀਂ ਪੜ੍ਹਿਆ, ਇਸ ਤੋਂ ਪਹਿਲਾਂ ਜਿਹੜੇ ਮੈंने 2 ਵੀਡੀਓਜ਼ ਬਣਾਏ ਆ ਬੇਟਾ, ਉਹ ਚੈਪਟਰ ਦੀ ਐਕਸਪਲੇਨੇਸ਼ਨ ਦੇ ਬਣਾਏ ਆ। ਅੱਧਾ ਚੈਪਟਰ ਮੈਂ ਪਹਿਲੇ ਵੀਡੀਓ 'ਚ ਐਕਸਪਲੇਨ ਕਰਿਆ ਪੂਰਾ, ਤੇ ਉਸ ਤੋਂ ਬਾਅਦ ਫਿਰ ਮੈਂ ਅੱਧਾ ਜਿਹੜਾ ਰਹਿ ਗਿਆ ਉਹ ਸਾਰਾ ਮਤਲਬ ਮੈंने ਦੂਸਰੇ ਆਪਣੇ ਪਾਰਟ ਦੇ ਵਿੱਚ ਹਸਨ ਵਾਲੇ ਦਾ ਮੈਂ ਐਕਸਪਲੇਨ ਕਰਿਆ। ਤਾਂ ਜੇਕਰ ਤੁਸੀਂ ਚੈਪਟਰ ਹੀ ਨਹੀਂ ਸਮਝਿਆ ਮੇਰੇ ਤੋਂ, ਤਾਂ ਫਿਰ ਕੁਐਸਚਨ ਆਨਸਰ ਡਾਇਰੈਕਟ ਕਰਨੇ ਔਖੇ ਹੁੰਦੇ ਨੇ, ਫਿਰ ਰੱਟੇ ਹੀ ਲੱਗਦੇ ਨੇ, ਜੋ ਹਸਨ ਕੰਮ ਕਰਦਾ ਸੀ। ਤਾਂ ਤੁਸੀਂ ਇਹੋ ਜਿਹੇ ਨਾ ਬਣੋ, ਹਸਨ ਵਰਗੇ ਨਾ ਬਣੋ। ਇਹ ਹਸਨ ਵਾਲਾ ਚੈਪਟਰ ਤਾਂ ਹੀ ਤੁਹਾਡੇ ਸਿਲੇਬਸ 'ਚ ਪਾਇਆ ਹੋਇਆ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦਾ ਜਿਹੜਾ ਐਟੀਟਿਊਡ ਹੈ ਜਾਂ ਉਹਨਾਂ ਦਾ ਜਿਹੜਾ ਪੜ੍ਹਨ ਪ੍ਰਤੀ ਜਿਹੜਾ ਉਹਨਾਂ ਦਾ ਨਜ਼ਰੀਆ ਉਹ ਇਦਾਂ ਦਾ ਹੀ ਹੈ। ਪੇਪਰਾਂ ਦੇ ਨੇੜੇ ਪੜ੍ਹਨਾ, ਇੰਪੋਰਟੈਂਟ ਕੁਐਸਚਨਸ ਯਾਦ ਕਰ ਲਏ, ਰੱਟੇ ਲਾ ਲਏ, ਜਾ ਕੇ ਪੇਪਰ ਦੇ ਆਏ। ਬੇਟਾ ਪੇਪਰ ਪਾਸ ਕਰਨਾ ਜਾਂ ਫਸਟ ਡਿਵੀਜ਼ਨ ਪੇਪਰ 'ਚ ਲੈ ਲੈਣੀ, ਐਗਜ਼ਾਮੀਨੇਸ਼ਨ 'ਚ ਲੈ ਲੈਣੀ, ਇਹ ਪੜ੍ਹਾਈ ਨਹੀਂ ਹੁੰਦੀ। ਜਦੋਂ ਤੁਸੀਂ ਅੱਗੇ ਜਾਣਾ ਹੈ, ਜ਼ਿੰਦਗੀ ਦੇ ਵਿੱਚ ਵੱਡਾ ਇਨਸਾਨ ਬਣਨਾ ਹੈ, ਕਿਸੇ ਵਧੀਆ ਜਗ੍ਹਾ ਪਹੁੰਚਣਾ ਹੈ, ਤਾਂ ਜ਼ਰੂਰੀ ਹੈ ਕਿ ਤੁਸੀਂ ਚੈਪਟਰਸ ਨੂੰ ਸਕਿਪ ਨਾ ਕਰੋ, ਚੈਪਟਰਸ ਨੂੰ ਧਿਆਨ ਨਾਲ ਸੁਣੋ। ਜੇ ਚੈਪਟਰ ਸਾਨੇ ਧਿਆਨ ਨਾਲ ਸੁਣਿਆ ਹੋਊਗਾ ਦੀਪਕ ਸਰ ਤੋਂ, ਤਾਂ ਕੁਐਸਚਨ ਯਾਦ ਕਰਨੇ ਕੋਈ ਔਖੇ ਨਹੀਂ ਹੋਣਗੇ, ਕਿਉਂਕਿ ਕੁਐਸਚਨਸ ਕਿੱਥੋਂ ਆਏ ਨੇ? ਚੈਪਟਰਸ 'ਚੋਂ ਹੀ ਆਏ ਨੇ, ਬਾਹਰੋਂ ਤਾਂ ਨਹੀਂ ਆਏ। ਜੇ ਆਪਾਂ ਚੈਪਟਰਸ
ਚੰਗੀ ਤਰ੍ਹਾਂ ਸੁਣਿਆ ਹੋਇਆ ਹੈ ਤਾਂ ਆਪਾਂ ਫਿਰ ਕੁਐਸਚਨ ਆਂਸਰਸ ਵੀ ਈਜ਼ੀਲੀ ਯਾਦ ਕਰ ਲਾਂਗੇ, ਤਾਂ ਕੋਈ ਪ੍ਰੋਬਲਮ ਹੀ ਨਹੀਂ। ਮੈਂ ਆਂਸਰਸ ਉੱਥੋਂ ਹੀ ਚੱਕੇ ਨੇ ਚੈਪਟਰ ਤੋਂ ਹੀ। ਚਲੋ ਜੀ, ਇਹ ਕੰਮ ਕਰਦਾ ਸੀ। 11th ਕੁਐਸਚਨ, ਅਕੋਰਡਿੰਗ ਟੂ ਹਸਨ, ਹਸਨ ਦੇ ਅਨੁਸਾਰ ਹੂ ਵਰ ਨਰਡਸ, ਨਰਡਸ ਕੌਣ ਨੇ? ਨਰਡਸ ਦਾ ਬੇਸਿਕਲੀ ਜਿਹੜਾ ਮਤਲਬ ਹੈ ਨਾ ਇੰਗਲਿਸ਼ 'ਚ, ਬੋਰਿੰਗ ਪਰਸਨਸ ਹੈ, ਜਿਹੜਾ ਬੰਦਾ ਬੋਰ ਕਰਦਾ ਹੋਵੇ, ਬੋਰਿੰਗ ਪਰਸਨ। ਨਰਡ ਦਾ ਮਤਲਬ ਹੁੰਦਾ ਬੋਰ ਕਰਨ ਵਾਲਾ ਬੰਦਾ। ਤਾਂ ਹਸਨ ਕਿਹਨਾਂ ਨੂੰ ਨਰਡਸ ਕਹਿੰਦਾ ਸੀ? ਦਾ ਹਾਰਡ ਵਰਕਿੰਗ ਸਟੂਡੈਂਟਸ, ਜਿਹੜੇ ਉਸ ਦੀ ਕਲਾਸ ਦੇ ਵਿੱਚ ਜਾਂ ਉਸ ਦੇ ਕਾਲਜ ਦੇ ਵਿੱਚ ਹਾਰਡ ਵਰਕਿੰਗ ਸਟੂਡੈਂਟ ਸੀਗੇ, ਜਿਹੜੇ ਆਪਣੇ ਟੀਚਰਸ ਦੀਆਂ ਪੂਰੀਆਂ ਕਲਾਸਾਂ ਲਾਉਂਦੇ ਸੀ, ਚੈਪਟਰ ਸੁਣਦੇ ਸੀ, ਹਰ ਕਲਾਸ ਅਟੈਂਡ ਕਰਦੇ ਸੀਗੇ, ਉਹਨਾਂ ਨੂੰ, ਉਹ ਹਾਰਡ ਵਰਕਿੰਗ ਸਟੂਡੈਂਟ ਸੀਗੇ, ਉਹਨਾਂ ਨੂੰ ਹਸਨ ਕੀ ਕਹਿੰਦਾ ਸੀ? ਇਹ ਤਾਂ ਬੋਰਿੰਗ ਬੰਦੇ ਨੇ, ਇਹ ਤਾਂ ਬੋਰ ਕਰਦੇ ਨੇ, ਇਹ ਤਾਂ ਨਰਡਸ ਨੇ, ਉਹਨਾਂ ਨੂੰ ਨਰਡਸ ਕਹਿੰਦਾ। ਤੁਸੀਂ ਸਿੰਪਲ ਆਂਸਰ ਲਿਖ ਕੇ ਆਣਾ ਹੈ। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਬੇਟਾ, ਪੇਪਰ 'ਚ ਆਉਣ ਵਾਲਾ ਕੁਐਸਚਨ ਹੈ। ਦਾ ਹਾਰਡ ਵਰਕਿੰਗ ਸਟੂਡੈਂਟਸ ਨੂੰ ਉਹ ਨਰਡਸ ਕਹਿੰਦਾ ਸੀਗਾ। ਤਾਂ ਸਿੰਪਲ ਆਂਸਰ ਹੈ ਇਹਦਾ। ਇੱਕ ਇਹਦਾ 11ਵਾਂ ਕੁਐਸਚਨ ਬੜਾ ਇੰਪੋਰਟੈਂਟ ਹੈ ਬੇਟਾ। ਇੱਕ ਜਿਹੜਾ ਮੀਟਿੰਗ ਵਾਲਾ ਕੁਐਸਚਨ ਹੈ ਨਾ, 7ਵਾਂ ਕੁਐਸਚਨ, ਇਹ ਬੜਾ ਇੰਪੋਰਟੈਂਟ ਹੈ। ਇਹ 2-3 ਕੁਐਸਚਨਸ ਬਹੁਤ ਇੰਪੋਰਟੈਂਟ ਹੈ, ਤਾਂ ਇਹ ਤੁਸੀਂ ਜ਼ਰੂਰ ਧਿਆਨ ਨਾਲ ਕਰਨੇ। ਵੈਸੇ ਕਰਨੇ ਸਾਰੇ ਹੀ ਨੇ। 12ਵਾਂ ਕੁਐਸਚਨ ਹੈ ਜੀ ਕਿ ਵਾਈ ਡਿਡ ਹਸਨ ਸਟਾਰਟ ਲਿਵਿੰਗ ਸੈਪਰੇਟਲੀ? ਸੈਪਰੇਟਲੀ ਦਾ ਮਤਲਬ ਅਲੱਗ ਹੋ ਕੇ, ਸੈਪਰੇਟ, ਸੈਪਰੇਟ ਤੋਂ ਬਣਿਆ ਬੇਟਾ। ਸੈਪਰੇਟ ਦੇ ਪਿੱਛੇ ly ਲੱਗ ਗਿਆ, ਐਡਵਰਬ ਬਣ ਗਈ। ਸੈਪਰੇਟਲੀ ਮਤਲਬ ਅਲੱਗ ਹੋ ਕੇ। ਹਸਨ ਨੇ ਅਲੱਗ ਹੋ ਕੇ ਰਹਿਣਾ ਕਿਉਂ ਸ਼ੁਰੂ ਕਰ ਦਿੱਤਾ? ਸਟਾਰਟ ਲਿਵਿੰਗ, ਲਿਵਿੰਗ ਦਾ ਮਤਲਬ ਰਹਿਣਾ, ਕਿਉਂ ਸ਼ੁਰੂ ਕਰਤਾ ਉਸਨੇ? ਤੁਹਾਨੂੰ ਪਤਾ ਬੇਟਾ ਕਿ ਜਦੋਂ ਦੀਆਂ ਆਦਤਾਂ ਸੁਧਰੀਆਂ ਹੀ ਨਹੀਂ ਤੇ ਮਾਂ-ਬਾਪ ਵੀ ਔਖੇ ਹੋ ਗਏ ਉਹਦੇ ਤੋਂ। ਤਾਂ ਹਸਨ's ਫਾਦਰ, ਹਸਨ ਦੇ ਪਿਤਾ ਜੀ, ਗॉट ਫੈਡ ਅਪ। ਫੈਡ ਅਪ ਦਾ ਮਤਲਬ ਹੁੰਦਾ ਬੇਟਾ ਅੱਕ ਜਾਣਾ। ਇਹ ਫਰੇਜ਼ਲ ਵਰਬ ਹੈ, ਇਕੱਠੀ ਆਉਂਦੀ ਹੈ। ਫੈਡ ਅਪ, ਫੈਡ ਦੇ ਪਿੱਛੇ ਅਪ ਹੀ ਆਉਂਦੀ ਹੈ ਪ੍ਰੈਪੋਜੀਸ਼ਨ, ਫੈਡ ਅਪ। ਤਾਂ ਹਸਨ ਦੇ ਪਿਤਾ ਜੀ ਫੈਡ ਅਪ ਹੋ ਗਏ ਉਸ ਤੋਂ, ਗॉट ਫੈਡ ਅਪ। ਗॉट ਫੈਡ ਅਪ ਦਾ ਮਤਲਬ ਅੱਕ ਜਾਣਾ। ਕਿਸ ਤੋਂ? ਹਸਨ ਦੀਆਂ ਬੈਡ ਹੈਬਿਟਸ ਕਰਕੇ। ਲੇਟ ਉੱਠਣਾ, ਕੰਮ ਨਾ ਕਰਨਾ, ਨੌਕਰੀ ਤੇ ਜਾਣਾ, ਉੱਥੇ ਲੜਦੇ ਰਹਿਣਾ, ਘਰ ਚ ਆਣਾ, ਆਪਣੇ ਮਾਂ-ਬਾਪ ਨਾਲ ਲੜੀ ਜਾਣਾ। ਤਾਂ ਉਹਦੀਆਂ ਬੈਡ ਹੈਬਿਟਸ ਤੋਂ ਫੈਡ ਅਪ ਹੋ ਕੇ ਉਹਦੇ ਫਾਦਰ ਸਾਹਿਬ ਫੈਡ ਅਪ ਹੋ ਗਏ। ਸੋ ਇਸ ਕਰਕੇ ਹੀ ਟੋਲਡ ਹਿਮ, ਹੀ ਦਾ ਮਤਲਬ ਫਾਦਰ, ਪਿਤਾ ਜੀ ਨੇ ਹਿਮ ਦਾ ਮਤਲਬ ਹਸਨ ਨੂੰ ਕਿਹਾ ਟੂ ਸਟੇ ਸੈਪਰੇਟਲੀ, ਕਿ ਤੂੰ ਅਲੱਗ ਜਾ ਕੇ ਰਹਿ। ਸਟੇ ਦਾ ਮਤਲਬ ਰਹਿਣਾ। ਤਾਂ ਹਸਨ's father got fed up with ਹਸਨ's bad habits, bad habits ਕਰਕੇ ਹਸਨ ਦੇ ਫਾਦਰ ਉਸ ਤੋਂ fed up ਹੋ ਗਏ ਤੇ ਉਹਨਾਂ ਨੇ ਉਸ ਨੂੰ ਸੈਪਰੇਟਲੀ ਰਹਿਣ ਲਈ ਕਿਹਾ। ਲਾਸਟ ਕੁਐਸਚਨ ਹੈ ਬੇਟਾ ਕਿ ਬਿਲਕੁਲ ਚੈਪਟਰ ਦੇ ਐਂਡ ਚ ਆਉਂਦਾ ਹੈ ਕਿ what made ਹਸਨ feel optimistic as he left the narrator's office? ਤਾਂ ਆਹ ਵਰਡ ਆਉਂਦਾ ਤੁਹਾਡੇ ਲਈ ਬੇਟਾ optimistic। optimistic ਦਾ ਮਤਲਬ ਹੁੰਦਾ ਹੈ ਆਸ਼ਾਵਾਦੀ ਹੋਣਾ, ਆਸ਼ਾਵਾਦੀ ਹੋਣਾ, optimistic, ਆਸ਼ਾਵਾਦੀ ਹੋਣਾ। ਤਾਂ ਹੁਣ ਹਸਨ ਕਿਹੜੀ ਚੀਜ਼ ਨੇ, ਵਰਡ ਦਾ ਮਤਲਬ ਹਮੇਸ਼ਾ ਕਿਸੇ ਚੀਜ਼ ਨੂੰ ਪੁੱਛਿਆ ਗਿਆ ਹੈ ਨਾ, ਕਿਸੇ ਥਿੰਗ ਦੇ ਬਾਰੇ ਗੱਲ ਤੁਹਾਨੂੰ ਦੱਸਣ ਲਈ ਕਹੀ ਗਈ ਹੈ। ਕਿਹੜੀ ਚੀਜ਼ ਨੇ ਹਸਨ ਨੂੰ ਆਪਟੀਮਿਸਟਿਕ ਕਰਤਾ, ਆਸ਼ਾਵਾਦੀ ਕਰਤਾ, ਜਦੋਂ ਉਸਨੇ ਲੇਖਕ ਦਾ ਆਫਿਸ ਛੱਡਿਆ? ਜਦੋਂ ਸੁਧਾ ਮੂਰਤੀ ਉਹਨਾਂ ਨੂੰ ਮਿਲਣ ਆਇਆ ਹਸਨ, ਤਾਂ ਜਾਂਦੇ ਹੋਏ ਉਹ ਯਾਦ ਹੋਣਾ ਤੁਹਾਨੂੰ ਕਹਿ ਕੇ ਗਿਆ ਸੀ ਕਿ ਮੈਂ ਆਪਣੀ ਲਾਈਫ 'ਚ ਹੁਣ ਚੰਗਾ ਬਣਾਂਗਾ, ਬੈਟਰ ਪਰਸਨ ਬਣੂੰਗਾ। ਉਹਨੇ ਇਸ ਤਰ੍ਹਾਂ ਕਿਉਂ ਕਿਹਾ? ਕਿਹੜੀ ਚੀਜ਼ ਸੀ ਜਿਸ ਨਾਲ ਕਿ ਹਸਨ ਦੇ ਵਿੱਚ ਦੁਬਾਰਾ ਐਨਕਰੇਜਮੈਂਟ ਆਈ, ਦੁਬਾਰਾ ਹੌਸਲਾ ਆਇਆ? ਤਾਂ ਕਿਉਂ ਆਈ ਸੀ ਬੇਟਾ? ਕਿਉਂਕਿ ਟੀਚਰ ਤਾਂ ਟੀਚਰ ਹੈ, ਉਹਨੇ ਉਸ ਟਾਈਮ ਵੀ ਹਸਨ ਦਾ ਸਾਥ ਦਿੱਤਾ, ਪਹਿਲਾਂ ਵੀ ਸਾਥ ਦਿੰਦੀ ਰਹੀ ਹੈ। ਦੇਖੋ ਜਦੋਂ ਕਾਲਜ 'ਚ ਸੀਗਾ ਹਸਨ, ਉਦੋਂ ਵੀ ਟੀਚਰ ਨੇ ਉਸਦਾ ਹਮੇਸ਼ਾ ਸਾਥ ਦਿੱਤਾ, ਉਸਦੇ ਲੈਕਚਰਸ ਕਦੇ ਸ਼ਾਰਟ ਨਹੀਂ ਹੋਣ ਦਿੱਤੇ। ਤੇ ਜਦੋਂ ਅੱਜ ਹਸਨ ਉਸ ਨੂੰ ਮਿਲਿਆ ਇੰਨੀ ਦੇਰ ਬਾਅਦ, ਉਦੋਂ ਵੀ ਟੀਚਰ ਉਸਦਾ ਸਾਥ ਦੇ ਰਹੀ ਹੈ ਤੇ ਉਸ ਨੂੰ ਕਹਿ ਰਹੀ ਹੈ ਕਿ ਕੋਈ ਗੱਲ ਨਹੀਂ ਹਸਨ, ਮੈਨੂੰ ਹੁਣ ਵੀ ਲੱਗਦਾ ਹੈ ਕਿ ਤੇਰੇ ਅੰਦਰ ਇੰਨਾ ਪੋਟੈਂਸ਼ੀਅਲ ਹੈ ਕਿ ਤੂੰ ਹੁਣ ਵੀ ਆਪਣੀ ਲਾਈਫ 'ਚ ਬਹੁਤ ਵਧੀਆ ਸੈਟਲ ਹੋ ਸਕਦਾ ਹੈ, ਜ਼ਿੰਦਗੀ 'ਚ ਹੁਣ ਵੀ ਤੂੰ ਕਾਮਯਾਬ ਹੋ ਸਕਦਾ ਹੈ। ਉਹ ਸਾਰੀਆਂ ਗੱਲਾਂ ਕਹਿੰਦੀ ਹੈ। ਤਾਂ ਨਰੇਟਰ ਦੇ ਜਿਹੜੇ ਹੌਸਲਾ ਹੈ, ਉਸਨੇ ਹਸਨ ਨੂੰ ਆਪਟੀਮਿਸਟਿਕ ਬਣਾਤਾ, ਉਸਨੂੰ ਆਸ਼ਾਵਾਦੀ ਬਣਾਤਾ। ਤਾਂ ਆਪਾਂ ਆਨਸਰ ਕੀ ਲਿਖਾਂਗੇ? ਦਾ ਨਰੇਟਰ ਐਨਕਰੇਜਡ ਹਸਨ। ਐਨਕਰੇਜ ਦਾ ਮਤਲਬ ਹੁੰਦਾ ਹੈ ਹੌਸਲਾ ਦੇਣਾ। ਤਾਂ ਬੇਟਾ ਇੱਥੇ ਮੈਂ ਦੱਸਾਂ, ਕਰੇਜ ਜਿਹੜਾ ਸ਼ਬਦ ਹੈ ਨਾ, ਕਰੇਜ ਸ਼ਬਦ ਦਾ ਮਤਲਬ ਹੁੰਦਾ ਹੈ ਹੌਸਲਾ। ਇਹ ਤਾਂ ਨਾਊਨ ਹੈ, ਹੌਸਲਾ। ਕਰੇਜ ਦਾ ਮਤਲਬ ਹੌਸਲਾ, ਲੇਕਿਨ ਆਪਾਂ ਇਹਦੇ ਅੱਗੇ ਜੇ ਐਨਕਰੇਜ ਪਾ ਦਈਏ ਤਾਂ ਇਹਦਾ ਮਤਲਬ ਹੋ ਜਾਂਦਾ ਹੈ ਹੌਸਲਾ ਦੇਣਾ। ਇਹ ਵਰਬ ਬਣ ਜਾਂਦੀ ਹੈ ਫਿਰ, ਠੀਕ ਹੈ। ਤਾਂ ਨਰੇਟਰ ਨੇ ਹਸਨ ਨੂੰ ਹੌਸਲਾ ਦਿੱਤਾ ਟੂ ਬੀ ਅ ਬੈਟਰ ਪਰਸਨ ਇਨ ਹਿਜ਼ ਲਾਈਫ, ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅੱਛਾ ਇਨਸਾਨ ਬਣੇ। ਟੂ ਬੀ ਬਣੇ, ਅ ਬੈਟਰ ਪਰਸਨ, ਹੋਰ ਵਧੀਆ ਇਨਸਾਨ ਬਣੇ। ਇਸ ਕਰਕੇ ਹਸਨ ਫੈਲਟ ਆਪਟੀਮਿਸਟਿਕ, ਇਸ ਕਰਕੇ ਹਸਨ ਆਸ਼ਾਵਾਦੀ ਬਣ ਗਿਆ। ਕਿਉਂਕਿ ਪਹਿਲਾਂ ਤਾਂ ਨਿਰਾਸ਼ਾਵਾਦੀ ਸੀਗਾ। ਜੇ ਤੁਸੀਂ ਯਾਦ ਕਰੋ ਤਾਂ ਜਦੋਂ ਲੇਖਕ ਕੋਲੇ ਆਇਆ ਤਾਂ ਉਹ
ਜਦੋਂ ਲੇਖਕ ਉਹਨੂੰ ਪੁੱਛਦੀ ਹੈ ਕਿ ਹਸਨ ਐਵੇਂ ਕਿਵੇਂ ਹੋਇਆ, ਤੂੰ ਸੇਲਸ ਪਰਸਨ ਕਿਵੇਂ ਬਣ ਗਿਆ, ਤਾਂ ਬੜਾ ਉਹ ਪੇਲ ਜਾ ਹੋ ਜਾਂਦਾ, ਉਹਦਾ ਚਿਹਰਾ ਮੱਧਮ ਜਾ ਹੋ ਜਾਂਦਾ। ਉਸ ਟਾਈਮ ਉਹ ਪੈਸੀਮਿਸਟਿਕ ਬਣ ਜਾਂਦਾ। ਪੈਸੀਮਿਸਟਿਕ ਆਪਟੀਮਿਸਟਿਕ ਦਾ ਉਲਟ ਹੁੰਦਾ ਹੈ ਕਿ ਉਹ ਨਿਰਾਸ਼ਾਵਾਦੀ ਹੁੰਦਾ ਉਸ ਟਾਈਮ। ਲੇਕਿਨ ਜਦੋਂ ਫਿਰ ਉਹ ਲੇਖਕ ਉਸ ਨੂੰ ਹੌਸਲਾ ਦਿੰਦੀ ਹੈ ਦੁਬਾਰਾ, ਫਿਰ ਉਹ ਪੈਸੀਮਿਸਟਿਕ ਤੋਂ ਕੀ ਬਣ ਜਾਂਦਾ ਹੈ, ਆਪਟੀਮਿਸਟਿਕ ਬਣ ਜਾਂਦਾ ਹੈ, ਆਸ਼ਾਵਾਦੀ ਬਣ ਜਾਂਦਾ। ਤਾਂ ਇਹਦੇ ਨਾਲ ਜੀ ਸਾਡੇ ਸਾਰੇ ਕੁਐਸਚਨਸ ਕਵਰ ਹੁੰਦੇ ਨੇ। ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਸਮਝ ਆ ਗਏ ਹੋਣਗੇ। ਇੱਕ ਵਾਰੀ ਆਪਾਂ ਤੁਹਾਨੂੰ ਸਾਰਿਆਂ ਨੂੰ ਫੇਰ ਅਨਮਿਊਟ ਕਰਦੇ ਹਾਂ ਜੀ। ਹਾਂਜੀ, ਇੱਕ ਵਾਰੀ ਸਾਰੇ ਜਣੇ ਦੱਸੋ ਜੀ, ਤੁਹਾਨੂੰ ਸਮਝ ਆ ਗਏ ਸਾਰੇ ਕੁਐਸਚਨ ਆਂਸਰਸ? ਹਾਂਜੀ जी ਹਰਪ੍ਰੀਤ, ਖੁਸ਼ਪ੍ਰੀਤ, ਮਨਦੀਪ, ਜਸਪ੍ਰੀਤ। यस सर आगे। ਹਾਂਜੀ हाँ जी सर आ गई। ਕੋਈ ਦਿੱਕਤ ਹੋਵੇ ਬੇਟਾ ਕਿਸੇ ਕੁਐਸਚਨ ਦੇ ਵਿੱਚ, ਆਨਸਰ ਦੇ ਵਿੱਚ, ਜਿਹੜਾ ਤੁਹਾਨੂੰ ਔਖਾ ਲੱਗੇ, ਮੈਂ ਦੁਬਾਰਾ ਤੋਂ ਦੱਸ ਦਿੰਦਾ। ਕੋਈ हाँ ਦਿੱਕਤ जी ਨਹੀਂ? नहीं ਠੀਕ ਹੈ। हाँ जी जी ਤੇ ਬੇਟਾ ਇੱਕ ਕੰਮ ਕਰਨਾ ਹੈ, ਮੈਂ ਤੁਹਾਨੂੰ ਹੁਣ ਨਾ ਕਿਉਂਕਿ ਹੁਣ ਤਾਂ ਤੁਸੀਂ ਬੇਟਾ ਸਮਝੇ ਆ ਸਾਰੇ ਕੁਐਸਚਨ ਆਂਸਰ ਨਾ, ਤਾਂ ਹੁਣ ਮੈਂ ਤੁਹਾਨੂੰ ਥੋੜੀ ਦੇਰ ਤੱਕ ਇਹਦਾ ਲਿੰਕ ਭੇਜ ਦੂੰਗਾ ਰਿਕਾਰਡਡ ਵੀਡੀਓ ਦਾ, ਤਾਂ ਤੁਸੀਂ ਉਸ ਨੂੰ ਦੁਬਾਰਾ ਦੇਖਿਓ, ਕਾਪੀ ਪੈਨਸਲ ਆਪਣੇ ਨਾਲ ਰੱਖਿਓ ਤੇ ਦੇਖ ਦੇਖ ਕੇ ਪੌਜ਼ ਕਰਕੇ ਪਲੇ ਕਰਕੇ ਆਪਣੀਆਂ ਕਾਪੀਜ਼ ਤੇ ਉਤਾਰ ਲਿਓ। ਕਰ ਲਓਗੇ ਸਾਰੇ ਜਣੇ? ਜਰਾ ਮੈਨੂੰ ਦੱਸੋ। हाँ जी सब ਠੀਕ ਹੈ, ਚਲੋ ਠੀਕ ਹੈ ਜੀ। ਕੱਲ ਦੀ ਵੈਸੇ ਸੈਟਰਡੇ ਹੈ, ਕੱਲ ਸਾਨੂੰ ਛੁੱਟੀ ਹੈ, ਪਰ ਚਲੋ ਮੈਂ ਕੋਸ਼ਿਸ਼ ਕਰੂੰਗਾ ਕਿ ਜੇ ਮੈਂ ਟਾਈਮ ਨਿਕਲਦਾ ਹੋਇਆ ਤਾਂ ਮੈਂ ਤੁਹਾਡੀ ਕਲਾਸ ਜ਼ਰੂਰ ਲਵਾਂਗਾ। ਲਾ ਲਓਗੇ ਕਲਾਸ ਕੱਲ ਨੂੰ? हाँ जी जी ਚਲੋ ਠੀਕ ਹੈ, ਕੱਲ ਦੀ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਕਲਾਸ, ਜੇ ਮੈਂ ਕੱਢ ਸਕਿਆ ਟਾਈਮ ਤਾਂ ਜ਼ਰੂਰ ਲਾਉਂਗਾ। ਤਾਂ ਹੁਣ ਆਪਣਾ ਨਾ ਇਹਦਾ ਹਸਨ ਦਾ ਸਿਰਫ ਐਸੇ ਟਾਈਪ ਕੁਐਸਚਨ ਹੀ ਰਹਿ ਗਿਆ, ਉਹ ਕੋਸ਼ਿਸ਼ ਕਰੂੰ ਮੈਂ ਤੁਹਾਨੂੰ ਕੱਲ ਨੂੰ ਭੇਜ ਦੂੰਗਾ, ਨਾਲੇ ਦੱਸ ਦੂੰਗਾ। ਚਲੋ ਜੀ ਫਿਰ ਕੱਲ ਨੂੰ ਮਿਲਦੇ ਹਾਂ। ਓਕੇ ਜੀ।